कई गड्डियां दा मतलब खत्म ही है अच्छा साढ़े कोल एक गड्डी खड़ी है फुल भरी पई है मतलब पानी नाल अच्छा वो तो बहुत डेड ही है बस वो मतलब मुश्किल ही से हो गई पानी नहीं निकल रहा इन्हां विच बहुत औखा काम है इन्हां दा क्योंकि सेंसर हो गए बई यार मतलब पार्ट महंगे इन्हां दे ਮਾੜੀ ਤੋਂ ਮਾੜੀ ਛੋਟੀ ਛੋਟੀ ਗੱਡੀ ਤੇ 10000 ਰੁਪਏ ਕਿੰਨਾ ਖਰਚਾ ਆਈਡੀਆ ਹੈਗਾ ਬਈ ਏਜੰਸੀ ਦੇ ਹਿਸਾਬ ਨਾਲ ਲਾਈਏ ਬਈ ਪੈਸੇ ਤਾਂ ਲੱਖਾਂ ਦੇ ਹਿਸਾਬ ਨਾਲ ਹੀ ਜਾਂਦੇ ਆ। ਅੱਜ ਦੀ ਰੇੜੀ ਰੋਟੀ ਖਾਣੀ ਬੜੀ ਮੁਸ਼ਕਿਲ ਹੈ ਇਹਨਾਂ ਨੂੰ ਰਿਪੇਅਰ ਕਰਨਾ ਤਾਂ ਬਹੁਤ ਵੱਡੀ ਗੱਲ ਹੈ। ਇਹ 1 ਸਾਲ 1.5 ਸਾਲ ਹੋਇਆ ਪਾਣੀ ਇੰਨਾ ਸੀ ਮੇਰੀ ਹਾਈਟ ਤੋਂ ਉੱਪਰ ਪਾਣੀ ਸੀਗਾ ਜੀ ਜੀ ਤੇ ਮੇਰੀ ਹਾਈਟ ਤੋਂ ਉੱਪਰ ਦੇਖੋ ਨਹੀਂ कि ਇਹ ਸਾਰੀ ਡੁੱਬੀ ਪਈ ਸੀਗੀ। हर गाड़ी की इंश्योरेंस हो रखी है पर इस टाइम अगर हम इंश्योरेंस वालों के पास जाते हैं तो वो 18 तरह के क्लॉज निकाल के सामने ले आते हैं कि ये कवर नहीं है उसमें या वो कवर नहीं है। ਬਹੁਤ ਨੁਕਸਾਨ ਹੋਇਆ। ਦੇਖੋ ਇੱਕ ਹੋਰ ਗੱਡੀ ਸੀ ਸਾਡੀ ਉਹ ਕੱਲ ਸ਼ੋਰੂਮ 'ਚ ਦੇ ਕੇ ਆਏ ਆ ਤੇ ਉਹ ਕਹਿੰਦੇ ਟੋਟਲੀ ਖਰਾਬ ਹੋ ਗਈ ਹੈ ਤਾਂ ਕੁਝ ਨਹੀਂ ਮਿਲਣਾ ਕਹਿੰਦੇ ਨਵੀਂ ਗੱਡੀ ਹੈ ਕਹਿੰਦੇ ਟੋਟਲ ਖਰਾਬ ਹੋ ਗਈ ਹੈ ਤੇ ਇਹਨੂੰ ਰਿਪੇਅਰ ਕਰਨ ਦੀ ਜਿੰਨੀ ਕਾਸਟ ਆਣੀ ਹੈ ਨਾ ਉਹਦੇ ਹਿਸਾਬ ਨਾਲ ਤੇ ਇਹਨੂੰ ਸਕ੍ਰੈਪ ਕਰ ਦੇਣਾ ਇਹ ਜਾਂ ਦੇਖਿਆ ਕਦੇ ਇੰਨਾ ਪਾਣੀ ਜਿੱਥੇ ਤੁਸੀਂ ਰਹਿ ਰਹੇ ਹੋਗੇ ਇੰਨਾ ਡਰ 65 ਪਲੱਸ ਨੂੰ ਬੇਟਾ ਫਸਟ ਟਾਈਮ ਹੀ ਦੇਖਿਆ ਨਾ। ਪਹਿਲਾਂ ਅਸੀਂ ਇੱਥੇ ਬੜੀ ਖੁਸ਼ੀ ਚਾਈ ਆਏ ਸੀ ਵੀ ਅਸੀਂ ਆਪਣਾ ਬੱਚਿਆਂ ਦਾ ਅੱਗੇ ਫਿਊਚਰ ਬਣਾਵਾਂਗੇ ਪਰ ਹੁਣ ਲੱਗਦਾ ਸਾਨੂੰ ਵੀ ਅਸੀਂ ਉੱਥੇ ਹੀ ਜ਼ਿਆਦਾ ਸੇਫ ਹੈਗੇ ਆ। ਸਵਾਗਤ ਹੈ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਪਿਛਲੇ ਦਿਨੀ ਬੜੀ ਦੁਖਦਾਈ ਜਿਹੜੀਆਂ ਵੀਡੀਓ ਸਾਹਮਣੇ ਆਏ ਸੀ ਹੜ੍ਹ ਦੀਆਂ ਜਿਹੜੀ ਤਸਵੀਰਾਂ ਘੱਗਰ ਨਦੀ ਤੋਂ ਨਾਲ ਲੱਗਦੀ ਗਲਮੋਰ ਸਿਟੀ ਡੇਰਾਬੱਸੀ 'ਚ ਜਿਹੜੀ ਸਥਿਤ ਹੈਗੀ ਹੈ ਤਾਂ ਜਿੱਥੇ ਵੱਡੀ ਬਰਬਾਦੀ ਹੋਈ ਸੀ 6 ਤੋਂ 7 ਫੁੱਟ ਜਿਹੜੀ ਵੱਡੀਆਂ ਕਲੋਨੀਆਂ 'ਚ ਪਾਣੀ ਭਰਿਆ ਗਿਆ ਸੀ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਸੀ ਤਾਂ ਇਹ ਉਹ ਜਗ੍ਹਾ ਹੈਗੀ ਹੈ ਜਿੱਥੋਂ ਘੱਗਰ ਨਦੀ ਦਾ ਜਿਹੜਾ ਪਾਣੀ ਨੇ ਐਂਟਰੀ ਮਾਰੀ ਸੀ। ਇਹ ਜਿਹੜੀ ਦੀਵਾਰ ਹੈਗੀ ਆ ਤੁਸੀਂ ਜਿਹੜੀ ਇਹ ਦੀਵਾਰ ਦੇਖ ਰਹੇ ਹੋ ਇਹ ਉਸ ਸਮੇਂ ਜਿਹੜਾ ਪਾਣੀ ਦਾ ਬਹਾਵ ਇੰਨਾ ਤੇਜ਼ ਸੀ ਇਹ ਦੀਵਾਰ ਟੁੱਟੀ ਉਸ ਤੋਂ ਬਾਅਦ ਜਿਹੜੀ ਪਾਣੀ ਦੀ ਐਂਟਰੀ ਅੰਦਰ ਹੋਣੀ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਇਸ ਜਿਹੜੀ ਦੀਵਾਰ ਟੁੱਟਣ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਸਨੇ ਹਿਲਾ ਕੇ ਰੱਖ ਦਿੱਤਾ ਸੀ। ਇੰਨੀਆਂ ਵੱਡੀਆਂ ਸੁਸਾਇਟੀਆਂ ਜਿੱਥੇ ਲੋਕਾਂ ਨੇ ਆਪਦੀ ਜ਼ਿੰਦਗੀ ਦਾ ਜਿਹੜਾ ਪੈਸਾ ਜ਼ਿੰਦਗੀ ਦੀ ਕਮਾਈ ਦਾ ਪੈਸਾ ਇਨਵੈਸਟ ਕੀਤਾ ਸੀ ਉਸ ਨੂੰ ਨਿਕਾਸੀ ਨਾ ਹੋਣ ਕਰਕੇ ਪਾਣੀ ਇੱਥੇ ਹੀ ਰੁਕਿਆ ਰਿਹਾ। ਅੱਜ ਤੋਂ 3 ਤੋਂ 4 ਦਿਨ ਹੋ ਚੁੱਕੇ ਨੇ ਦਲਦਲ ਨੂੰ ਕੱਢਿਆ ਜਾ ਰਿਹਾ ਹੈ ਤੇ ਲੋਕ ਹਾਲੇ ਤੱਕ ਵੀ ਇਹ ਕਹਿ ਰਹੇ ਨੇ ਕਿ ਵੱਧ ਤੋਂ ਵੱਧ ਹਾਲੇ ਵੀ 20 ਤੋਂ 25 ਦਿਨ ਲੱਗ ਜਾਣਗੇ ਨੋਰਮਲ ਸਥਿਤੀ ਤੱਕ ਪਹੁੰਚਣ ਲਈ। ਵੱਡਾ ਨੁਕਸਾਨ ਹੋ ਚੁੱਕਿਆ ਹੈ ਗੱਡੀਆਂ ਦਾ ਨੁਕਸਾਨ ਅਸੀਂ ਜਾਣਦੇ ਹਾਂ ਹਰ ਇੱਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਿਹੜੇ ਮੰਜ਼ਰ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਦਲਦਲ ਹੀ ਦਿਖਾਈ ਦੇ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਲੋਕਲ ਨਿਵਾਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਜਿਨ੍ਹਾਂ ਦੀਆਂ ਗੱਡੀਆਂ ਇੱਥੇ ਪਾਣੀ ਦੇ ਵਿੱਚ ਉਸ ਸਮੇਂ ਡੁੱਬੀਆਂ ਸੀ। ਸੋ ਗੁਲਮੋਰ ਸਿਟੀ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਕਿ ਵੱਡਾ ਨੁਕਸਾਨ ਹੋਇਆ ਤੁਸੀਂ ਦੇਖਿਆ ਸੀ 5-7 ਫੁੱਟ। ਬਾਈ ਜੀ ਤੁਸੀਂ ਉਸ ਸਮੇਂ ਇੱਥੇ ਮੌਜੂਦ ਸੀ ਜਿਸ ਸਮੇਂ ਪਾਣੀ ਆਇਆ ਸੀ? ਹਾਂਜੀ ਅਸੀਂ ਲੋਕ ਇੱਥੇ ਹੀ ਸੀਗੇ। अर्ਲੀ ਮਾਰਨਿੰਗ ਜਦੋਂ ਪੂਰੀ ਰਾਤ ਪਾਣੀ ਭਰਿਆ ਹੈ ਉਸ ਵੇਲੇ ਕਰੀਬਨ 3:30-4 ਵਜੇ 3.5-4 ਫੁੱਟ ਤੱਕ ਪਾਣੀ ਆ ਗਿਆ ਸੀਗਾ। ਫਿਰ ਸਾਡੇ ਇੱਥੇ ਪਿੱਛੇ ਇੱਕ ਰਿਟੇਨਿੰਗ ਵਾਲ ਹੈ ਜੋ ਪਿੱਛੇ ਖੇਤਾਂ ਦੀ ਤਰਫ ਲੱਗਦੀ ਆ ਉੱਥੇ ਖੇਤਾਂ ਦੇ ਵੀ ਪਾਣੀ ਕਰਕੇ ਉੱਥੇ ਹੀ ਪਾਣੀ ਬਹੁਤ ਸਾਰਾ ਖੜਿਆ ਸੀਗਾ ਤੇ ਜਿੱਦਾਂ ਮੀਂਹ ਵੜਦਾ ਰਿਹਾ ਪਾਣੀ ਵੜਦਾ ਰਿਹਾ ਤੇ ਉਹ ਜਦੋਂ ਦੀਵਾਰ ਕੋਲੈਪਸ ਹੋ ਗਈ ਤੇ ਕਰੀਬਨ 25 ਤੋਂ 30 ਮਿੰਟ ਦੇ ਅੰਦਰ ਫਰਦਰ ਉਹ 3-4 ਫੁੱਟ ਹੋਰ ਉੱਤੇ ਪਾਣੀ ਚੜ ਗਿਆ ਜੋ ਅਗਰ ਤੁਸੀਂ ਇੱਥੇ ਪੁਰਾਣੇ ਦੀਵਾਰਾਂ ਦੇ ਉੱਤੇ ਜਾਂ ਪਿਲਰਾਂ ਦੇ ਉੱਤੇ ਥੋੜਾ ਜਿਹਾ ਇੱਥੇ ਦਿਖਾਓਗੇ ਤੇ ਇੱਥੇ ਨਿਸ਼ਾਨ ਕਰਕੇ ਹੈਗਾ ਕਿ ਇੱਕ ਆਦਮੀ ਪੂਰਾ ਦਾ ਪੂਰਾ ਡੁੱਬ ਸਕਦਾ ਸੀ ਇਸ ਪੂਰੇ ਦੇ ਅੰਦਰ। ਮਤਲਬ ਮੰਨ ਕੇ ਚੱਲੀਏ ਮੇਰੀ 5 ਫੁੱਟ 10 ਇੰਚ ਹਾਈਟ ਹੈਗੀ ਤਾਂ 6 ਫੁੱਟ ਪਾਣੀ ਮੰਨ ਕੇ 6 ਫੁੱਟ ਪਾਣੀ ਆ ਗਿਆ। ਹਾਂ 6 ਫੁੱਟ ਤੱਕ ਪਾਣੀ ਆ ਗਿਆ ਸੀਗਾ ਜੀ। ਤੇ ਫਿਰ ਤੁਸੀਂ ਪਰਿਵਾਰ ਤੁਹਾਡਾ ਇੱਥੇ ਉਸ ਦਿਨ ਰਹਿ ਰਹੇ ਸੀ ਕਿੱਥੇ ਤੋਂ ਸ਼ਿਫਟ ਕੀਤੇ ਗਏ ਸੀ? ਫਿਰ ਅਸੀਂ ਇੱਕ ਦਿਨ ਤੇ ਇੱਥੇ ਰਿਹਾ ਕਿ ਚਲੋ ਇੱਥੇ ਦਾ ਪੰਪ ਕਰਕੇ ਥੋੜਾ ਜਿਹਾ ਪਾਣੀ ਨਿਕਲ ਜਾਏਗਾ ਪਰ ਜਦੋਂ ਨਹੀਂ ਨਿਕਲਿਆ ਹਾਲਾਤ ਖਰਾਬ ਹੋਣ ਲੱਗ ਪਏ ਨਾ ਪਾਣੀ ਸੀ ਨਾ ਬਿਜਲੀ ਸੀਗੀ ਤੇ ਫਿਰ NDRF ਦੀ ਟੀਮ ਆਈ ਆਰਮੀ ਆਈ ਤੇ ਉਹਨਾਂ ਨੇ ਸਾਨੂੰ ਰੈਸਕਿਊ ਕੀਤਾ ਤੇ ਫੈਮਿਲੀ ਔਰ ਜੋ ਛੋਟੇ ਬੱਚਾ ਸੀ ਉਹਨਾਂ ਨੂੰ ਅਸੀਂ ਬਾਹਰ ਭੇਜ ਦਿੱਤਾ ਤੇ ਜ਼ਿਆਦਾਤਰ ਜੇਂਟਸ ਇੱਥੇ ਰਹੇ ਰੈਸਕਿਊ ਆਪਰੇਸ਼ਨ ਦੇ ਨਾਲ ਉਹਨਾਂ ਦੀ ਹੈਲਪ ਕਰਾਉਂਦੇ ਰਹੇ ਜੀ। ਤੇ ਬਾਈ ਜੀ ਇੰਨੀਆਂ ਵੱਡੀਆਂ ਸੁਸਾਇਟੀਆਂ ਮਤਲਬ ਕੀ ਇੱਥੇ ਰੇਟ ਰੂਟ ਵੀ ਬਹੁਤ ਹੋਣਗੇ ਅਗਰ ਘਰ ਨਵਾਂ ਖਰੀਦਣਾ ਹੋਏ ਤਾਂ ਤੁਹਾਨੂੰ ਕਿਤੇ ਨਾ ਕਿਤੇ ਬੰਦੇ ਦਾ ਅੰਦਰ ਜਾਂਦਾ ਤਾਂ ਹੈਗਾ ਇੰਨਾ ਪੈਸਾ ਲਾਉਣ ਤੋਂ ਬਾਅਦ ਵੀ ਅਸੀਂ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿੱਥੇ ਸਾਡਾ ਕਿਸੇ ਸਮੇਂ ਵੀ ਪਾਣੀ ਆ ਸਕਦਾ ਬਾਰਿਸ਼ਾਂ ਦਾ ਕੀ ਪਤਾ ਚੱਲਦਾ ਹੈ। ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ ਇਹਦੇ ਉੱਤੇ ਕਿ ਇੰਨਾ ਪੈਸਾ ਲਾਉਣ ਦੇ ਉੱਤੇ ਇੰਨੀ ਇਨਵੈਸਟਮੈਂਟ ਕਰਨ ਦੇ ਬਾਅਦ ਜੇ ਇਸ ਤਰੀਕੇ ਦੀ ਜੋ ਸਾਡੀ ਬੇਸਿਕ ਇਨਫਰਾਸਟ੍ਰਕਚਰ ਦੇ ਉੱਤੇ ਕਮੀਆਂ ਨਿਕਲ ਕੇ ਆਈਆਂ ਆ ਤੇ ਉਹ ਸਾਨੂੰ ਅੱਗੇ ਦਰੁਸਤ ਕਰਨ ਦੀ ਲੋੜ ਹੈਗੀ ਆ ਜੀ।
ਬਾਈ ਜੀ ਜਿਵੇਂ ਗੱਡੀਆਂ, ਤੁਹਾਡੀ ਕਿਹੜੀ ਗੱਡੀ ਸੀ? ਤੁਹਾਡੀ ਦੋ ਗੱਡੀਆਂ ਦੱਸ ਰਹੇ ਹੋ ਜੀ ਵੀ। ਮੇਰੀ ਦੋ ਗੱਡੀਆਂ ਸੀਗੀ, ਇੱਕ ਤੇ ਅਸੀਂ ਕੱਢਿਆ ਪਰ ਉਹਦੇ ਡੈਸ਼ਬੋਰਡ ਤੱਕ ਪਾਣੀ ਆ ਗਿਆ। ਦੂਜੀ ਗੱਡੀ ਸੀਗੀ ਉਹ 2 ਦਿਨ ਤੱਕ ਪਾਣੀ ਦੇ ਅੰਦਰ ਹੀ ਰਹੀ ਹੈ ਜੀ। ਤੇ ਮੰਨ ਲਓ ਨਾਰਮਲ ਜਿਹੜੀਆਂ ਗੱਡੀਆਂ ਬਗੈਰ ਸੈਂਸਰ ਤੋਂ 20 ਤੋਂ 30 ਹਜ਼ਾਰ ਗੱਡੀ ਦਾ ਖਰਚਾ ਹੈਗਾ ਹੈ। ਜਿਵੇਂ ਜੋ ਬੇਸਿਕ ਗੱਡੀਆਂ ਹੈ ਜਿਹਦੇ ਅੰਦਰ ਜ਼ਿਆਦਾ ਸੋਫਿਸਟੀਕੇਟਡ ਸੈਂਸਰ ਸਿਸਟਮਸ ਵਗੈਰਾ ਨਹੀਂ ਲੱਗੇ ਤੇ ਉਹਦੇ ਅੰਦਰ ਵੀ ਕੁਝ ਨਹੀਂ ਕਰਦੇ ਤੇ 12 ਤੋਂ 15 ਹਜ਼ਾਰ ਰੁਪਏ ਦਾ ਖਰਚਾ ਆਏਗਾ ਹੀ ਆਏਗਾ, ਅਗਰ ਕੋਈ ਪੁਰਜਾ ਜਾਂ ਕੋਈ ਮਸ਼ੀਨਰੀ ਖਰਾਬ ਨਹੀਂ ਹੋਈ ਤਾਂ। ਜਿਵੇਂ ਕੀਆ ਗੱਡੀ ਮੇਰੇ ਸਾਹਮਣੇ ਇਹਦਾ ਜਮਾਂ ਹੀ ਮਿੱਟੀ ਮਤਲਬ ਹੋਈ ਪਈ ਆ ਤੇ ਇਹ ਸਾਰੇ ਅੰਦਰ ਤੱਕ ਵੜ ਗਿਆ। ਹਾਂਜੀ, ਇਹ ਅੰਦਰ ਤੱਕ ਇਹਦੇ ਅੰਦਰ ਵਿੱਚ ਪਾਣੀ ਦੇ ਨਾਲ ਜੋ ਮਿੱਟੀ ਹੈਗੀ ਹੈ ਉਹ ਵੀ ਅੰਦਰ ਜਾ ਕੇ ਸੈਟਲ ਹੋ ਗਈ ਹੈ। ਉਹ ਹੁਣ ਇਸ ਵੇਲੇ ਜੰਮ ਚੁੱਕੀ ਹੈ ਤੇ ਇਹਦੇ ਬਹੁਤ ਸਾਰੇ ਜੋ ਮਾਈਨਰ ਸੈਂਸਰਸ ਹੈਗੇ ਉਹ ਸਾਰੇ ਖਰਾਬ ਹੋ ਗਏ। ਤੇ ਜੋ ਐਸਟੀਮੇਟ ਕਾਸਟ ਦੱਸੀ ਗਈ ਹੈ ਸ਼ੋਰੂਮਸ ਦੇ ਅੰਦਰ ਕਰੀਬਨ 3 ਲੱਖ ਰੁਪਏ ਦੱਸੀ ਗਈ ਕਿ ਇਹਦਾ ਰਿਪੇਅਰ ਕਾਸਟ ਇੰਨੇ ਦਾ ਆਏਗਾ। ਤੇ ਬਈ ਜੀ ਗਲਮੋਰ ਜਿੰਦੇ ਮਾਲਕ ਹੈਗਾ ਉਹਨੂੰ ਕੋਈ ਤੁਸੀਂ ਲੈਟਰ ਭੇਜਿਆ, ਸਰਕਾਰ ਨੂੰ ਕੋਈ ਚਿੱਠੀ ਭੇਜੀ ਹੈ ਕਿ ਤੁਹਾਨੂੰ ਜਿਹੜਾ ਭਰਪਾਈ ਹੈਗੀ ਆ ਤੁਹਾਡੀ ਹੋ ਸਕੇ? ਅਸੀਂ ਆਪਣੇ ਜੋ ਮੈਨੇਜਮੈਂਟ RWA ਬਣੀ ਹੈ ਉੱਥੇ ਅਸੀਂ ਲੋਕਾਂ ਨੇ ਦਿੱਤਾ ਹੈ ਤੇ RWA ਜੋ ਬਣਾਈ ਹੈ ਕਿਉਂਕਿ ਹੈਂਡਓਵਰ ਹੋ ਚੁੱਕੀ ਹੈ ਬਿਲਡਰ ਦੇ ਤਰਫ ਤੋਂ ਸੁਸਾਇਟੀ ਤੇ ਜੋ RWA ਹੈ ਉਹਦੇ ਉੱਤੇ ਕਾਰਵਾਈ ਕਰਨ ਦੇ ਲਈ ਗੱਲਾਂ ਤੇ ਕੀਤੀਆਂ ਉਹਨਾਂ ਨੇ, ਪਰ ਸਾਡੇ ਕੋਲ ਕੋਈ ਇਨਫੋਰਮੇਸ਼ਨ ਉੱਥੋਂ ਦੀ ਨਹੀਂ ਆਈ ਹੈ। ਬਿਲਕੁਲ, ਮਤਲਬ ਭਰਪਾਈ ਹੋਣੀ ਚਾਹੀਦੀ ਹੈ ਜੋ ਬਹੁਤ ਵੱਡਾ ਨੁਕਸਾਨ ਹੈਗਾ ਜੀ। ਇਸ ਤੇ ਜ਼ਿਆਦਾਤਰ ਸਰਵਿਸ ਕਲਾਸ ਲੋਕ ਹੀ ਹੈਗੇ ਆ ਜੋ ਇੱਥੇ ਜੌਬ ਕਰਦੇ ਤੇ ਬੜੀ ਮਿਹਨਤ ਨਾਲ ਅਸੀਂ ਫਲੈਟਸ ਬਣਾਏ, ਗੱਡੀਆਂ ਲਿੱਤੀਆਂ ਤਾਂ ਮੇਜਰ ਨੁਕਸਾਨ ਤੇ ਹੈ ਹੀ ਹੈ। ਦੂਜਾ ਹੁਣ ਸਾਨੂੰ ਇਸ ਚੀਜ਼ ਦਾ ਡਰ ਵੀ ਹੈਗਾ ਹੈ ਕਿ 2 ਦਿਨ ਤੱਕ ਪਾਣੀ ਖੜਿਆ ਰਿਹਾ ਹੈ ਇੱਥੇ ਤੇ ਇਹਦੀ ਨੀਹਾਂ ਦੇ ਉੱਤੇ ਜਾਂ ਇਹਦੇ ਸਟਰਕਚਰ ਦੇ ਉੱਤੇ ਕੋਈ ਜ਼ਿਆਦਾ ਇੰਪੈਕਟ ਨਾ ਆਇਆ ਹੋਵੇ ਵੀ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸੁਖਾਵਾਂ ਰਹੇ। ਉਹਦੇ ਵਿੱਚ ਕੋਈ ਸਾਨੂੰ ਇਹ ਨਾ, ਤਾਂ ਅਸੀਂ ਇਹ ਗੁਜ਼ਾਰਿਸ਼ ਕਰਦੇ ਹਾਂ ਮੈਨੇਜਮੈਂਟ ਤੋਂ ਔਰ ਸਰਕਾਰ ਤੋਂ ਕਿ ਇਹਦੀ ਸਟਰੈਂਥ ਜੋ ਹੈਗੀ ਹੈ ਉਹਦੀ ਵੀ ਚੈੱਕ ਹੋਣਾ ਚਾਹੀਦਾ ਹੈ। ਇਹਦੀ ਪੂਰੀ ਪ੍ਰੋਪਰ ਜਾਂਚ ਕਰਨੀ ਚਾਹੀਦੀ ਹੈ ਕਿ ਇਹਦੀ ਸਟਰੈਂਥ ਕਿਤੇ ਕੰਪਰੋਮਾਈਜ਼ ਤੇ ਨਹੀਂ ਹੋਈ ਆ। ਜੀ ਬਿਲਕੁਲ। ਸੋ ਇਹ ਸੀ ਸਾਡੇ ਨਾਲ ਜਿਹੜੇ ਇੱਥੇ ਲੋਕਲ ਨਿਵਾਸੀ ਹੈਗੇ ਨੇ। ਸੋ ਤੁਹਾਨੂੰ ਹੋਰ ਦਿਖਾਉਂਦੇ ਆ ਜਿਹੜਾ ਹਾਲੇ ਤੱਕ ਜਿਹੜੀ ਲਿਫਟ ਹੈਗੀ ਹੈ, ਲਿਫਟ ਦੇ ਵਿੱਚ ਜਿਹੜਾ ਪਾਣੀ ਹੈਗਾ ਤਾਂ ਬਿਲਕੁਲ ਪਾਣੀ ਉਹ ਹਾਲੇ ਹੁਣ ਜਿਹੜੀ ਸਫਾਈ ਚੱਲ ਰਹੀ ਤਾਂ ਸਫਾਈ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਲਗਾਤਾਰ ਜਿਹੜਾ ਪਾਣੀ ਹਾਲ ਤੱਕ ਚੱਲ ਰਿਹਾ ਹੈ। ਦਲਦਲ ਪੂਰੀ ਬਣੀ ਹੋਈ ਤੁਹਾਨੂੰ ਗੱਡੀਆਂ ਦਿਖਾਉਂਦੇ ਆ, ਲੱਖਾਂ ਦੀਆਂ ਗੱਡੀਆਂ ਜਿਹੜੀਆਂ ਕਿ ਇਸ ਸਮੇਂ ਮਿੱਟੀ ਨਾਲ ਭਰ ਚੁੱਕੀਆਂ ਨੇ, ਮਿੱਟੀ ਹੋ ਚੁੱਕੀਆਂ ਨੇ। ਸੋ ਡੇਰਾਬੱਸੀ ਦੇ ਵਿੱਚ ਜਿਹੜੀ ਗਰਮੋਹ ਸਿਟੀ ਦੇ ਵਿੱਚ ਵੱਡਾ ਨੁਕਸਾਨ ਹੋਇਆ ਸੀ। 6-6 ਫੁੱਟ ਪਾਣੀ ਤਾਂ ਲਿਫਟਾਂ ਜਿਹੜੀਆਂ ਕਿ ਤੁਸੀਂ ਦੇਖ ਰਹੇ ਹੋ, ਲਿਫਟਾਂ ਦੇ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ ਕਿਉਂਕਿ ਹੁਣ ਮੁੜ ਵਸੇਵਾ ਜਿਹੜਾ ਕਿ ਇੱਥੇ ਫਿਰ ਜਿਹੜੇ ਲੋਕ ਇੱਥੇ ਲਿਫਟ ਦੀ ਵਰਤੋਂ ਤਾਂ ਹੋਣੀ ਕਿਉਂਕਿ ਕਾਫੀ ਉੱਚੀ ਬਿਲਡਿੰਗ ਹੈਗੀ ਹੈ ਤਾਂ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਦਲਦਲ ਪੂਰੀ ਬਣੀ ਹੋਈ ਹੈ। ਤਾਂ ਗੱਡੀਆਂ ਦੇਖੋ ਤੁਸੀਂ, ਇਹ ਮੀਟਰ ਹੈਗੇ ਨੇ, ਮੀਟਰ ਵੀ ਬਿਲਕੁਲ ਨਿਸ਼ਾਨ ਜਿਹੜਾ ਕਿ ਸਾਰੇ ਡੱਬੇ ਬਾਕਸ ਜਿਹੜੇ ਕਿ ਨਿਸ਼ਾਨ ਤੁਸੀਂ ਦੇਖ ਰਹੇ ਹੋ 6 ਫੁੱਟ ਤੱਕ ਜਿਹੜਾ ਪਾਣੀ ਹੈਗਾ ਉਸ ਸਮੇਂ ਭਰਿਆ ਗਿਆ ਸੀ। ਇਹ ਪਿੱਲਰ ਹੈਗਾ ਤਾਂ ਪਿੱਲਰ ਦਾ ਜਿਹੜਾ 6 ਫੁੱਟ ਹਿੱਸਾ ਹੈਗਾ ਆਪਣੀ ਹਾਈਟ ਨਾਲ ਮਿਨੀ ਦਾ 6 ਫੁੱਟ ਹਿੱਸਾ ਜਿਹੜਾ ਪਾਣੀ ਨਾਲ ਭਰਿਆ ਗਿਆ ਸੀ। ਤੇ ਮਹਿੰਗੀ ਗੱਡੀ ਦੀ ਅਸੀਂ ਗੱਲ ਕਰੀਏ, ਕੀਆ ਗੱਡੀ ਬਿਲਕੁਲ ਭਰੀ ਹੈ, ਤਨੋ ਮਨ ਅਸੀਂ ਕਹਿ ਸਕਦੇ ਹਾਂ ਪਾਣੀ ਦੇ ਨਾਲ ਜਿਹੜੀ ਕਿ ਉਸ ਸਮੇਂ ਭਰੀ ਗਈ ਹੋਣੀ। ਕਿੰਨਾ ਵੱਡਾ ਨੁਕਸਾਨ ਇਹਨਾਂ ਗੱਡੀਆਂ ਦਾ ਹੋਇਆ ਹੋਏਗਾ। ਤਾਂ ਦੂਸਰੇ ਪਾਸੇ ਬਾਈਕ ਨੇ ਜਮਾਂ ਹੀ ਅਸੀਂ ਕਹਿ ਸਕਦੇ ਹਾਂ ਬਾਈਕ ਦਾ ਸ਼ਾਇਦ ਕਈ ਵਹੀਕਲ ਤਾਂ ਦੱਸਿਆ ਜਾ ਰਿਹਾ ਕਿ ਚੱਲਣ ਲਾਇਕ ਨਹੀਂ ਹੈਗੇ। ਜਿਹੜੀਆਂ ਸੈਂਸਰ ਗੱਡੀਆਂ ਨੇ ਉਹ ਬਿਲਕੁਲ ਖਤਮ ਹੋ ਚੁੱਕੀਆਂ ਨੇ। ਬਾਈਕ ਨੇ ਦੇਖਣ ਨੂੰ ਐ ਲੱਗਦਾ ਕਿ ਕਿਤੇ ਖਰੇ ਕਿੰਨੇ ਸਾਲ ਪਹਿਲਾਂ ਹੀ ਜਿਵੇਂ ਕੋਈ ਕਬਾੜ 'ਚ ਚੀਜ਼ ਖੜੀ ਹੁੰਦੀ, ਪਰ ਇਹ ਕੁਛ ਰੱਬ ਦਾ ਕਹਿਰ ਹੈਗਾ। ਕੁਛ ਜਿਹੜੀ ਜਦੋਂ ਬਿਲਡਿੰਗਾਂ ਬਣਦੀਆਂ ਨੇ ਉਸ ਸਮੇਂ ਇਹ ਚੀਜ਼ ਨੂੰ ਧਿਆਨ ਨਹੀਂ ਦਿੱਤਾ ਜਾਂਦਾ ਕਿ ਨਿਕਾਸੀ ਜਿਹੜੀ ਹੈਗੀ ਆ, ਪਾਣੀ ਦੀ ਨਿਕਾਸੀ ਵੀ ਜ਼ਰੂਰੀ ਹੁੰਦੀ ਹੈ। ਜੇਕਰ ਕਿਸੇ ਬਿਲਡਿੰਗ ਦੀ ਅਸੀਂ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਕਰਮਚਾਰੀ ਲੱਗੇ ਹੋਏ ਨੇ ਗੰਦਗੀ ਨੂੰ ਸਾਫ਼ ਕਰਨ ਲਈ। ਇਹ ਗੰਦਗੀ ਜਿਹੜੀ ਹੈਗੀ ਆ ਦਲਦਲ ਬਣ ਚੁੱਕੀ ਹੈ। ਫਿਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿਹੜੇ ਬਾਈਕਸ ਹੈਗੇ ਨੇ ਬਿਲਕੁਲ ਡੈਮੇਜ ਨੇ। ਸਾਰੀ ਜਿਹੜੀਆਂ ਵਸਤਾਂ ਹੈਗੀਆਂ ਨੇ, ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈਗਾ ਹਾਲੇ ਵੀ ਕਈ ਦਿਨ ਇੱਥੇ ਲੱਗਣਗੇ ਲੋਕਾਂ ਨੂੰ ਮੁੜ ਉਸੇ ਜਗ੍ਹਾ ਤੇ ਪਹੁੰਚਣ ਵਾਸਤੇ, ਕਿਉਂਕਿ ਕਈ ਲੋਕਾਂ ਦੀ ਆਉਣ ਜਾਣ ਦੇ ਜਿਹੜੇ ਸਾਧਨ ਹੈਗੇ ਨੇ ਉਹ ਬਿਲਕੁਲ ਹੀ ਖਤਮ ਹੋ ਚੁੱਕੇ ਨੇ। ਗੱਡੀਆਂ ਨਹਿਰਾਂ ਤਰ੍ਹਾਂ। ਤੁਸੀਂ ਵੀ ਇੱਥੇ ਆਂਟੀ ਜੀ ਰਹਿੰਦੇ ਹੋ ਜੀ? ਹਾਂਜੀ, ਇੱਥੇ ਰਹਿੰਦੇ। ਤੇ ਜਦੋਂ ਪਾਣੀ ਆਇਆ ਸੀ ਤੁਸੀਂ ਇਸ ਸਮੇਂ ਇੱਥੇ ਹੀ ਸੀਗੇ? ਹਾਂਜੀ, ਉਸ ਤੋਂ ਤੇ ਇਹ ਜਾਂ ਦੇਖਿਆ ਕਦੇ ਇੰਨਾ ਪਾਣੀ ਜਿੱਥੇ ਤੁਸੀਂ ਰਹਿ ਰਹੇ ਹੋਗੇ, ਇੰਨਾ ਡਰ? 65 ਪਲੱਸ ਹੂੰ ਬੇਟਾ, ਫਸਟ ਟਾਈਮ ਹੀ ਦੇਖਿਆ ਹੈ ਨਾ। ਬੜਾ ਡਰ ਭੈ ਦਿਲ 'ਚ ਲੱਗਿਆ ਹੋਣਾ ਵੀ ਹੋ ਕੀ ਗਿਆ। ਇਹ ਤਾਂ ਹੁੰਦਾ ਹੀ ਹੈ ਨਾ। ਦੇਖੋ ਬੱਚੇ ਛੋਟੇ ਨਾਲ ਹੈ, ਪਰ ਦਾਤਾ ਦਾ ਸ਼ੁਕਰ ਹੈ ਵੀ ਨਾਲ ਹੀ ਪਿੰਡ ਹੈ। ਨਾਰਾਇਣਗੜ੍ਹ ਤੋਂ ਬਿਲੋਂਗ ਕਰਦੇ ਹਾਂ ਅਸੀਂ। ਅੱਛਾ। ਹਾਂਜੀ, ਵੋਟਿੰਗ ਉਹਨਾਂ ਨੇ ਬਹੁਤ ਹੈਲਪ ਕਰੀ। ਆਰਸੀਐਫ ਵਾਲਿਆਂ ਨੇ ਜਿਹੜੇ ਵੋਟਿੰਗ ਵਾਲੇ ਐਨਡੀਆਰ। ਹਾਂਜੀ। ਪਰ ਗੱਡੀਆਂ ਗੁੱਡੀਆਂ ਦੇਖੋ ਹੁਣ ਸਾਰੀਆਂ ਡੈਮੇਜ ਹੋ ਗਈਆਂ ਕਈ ਲੋਕਾਂ ਕੋਲ। ਹਾਂਜੀ, ਉਹ ਬਾਈ ਚਾਂਸ ਆਪਣੀ ਗੱਡੀ। ਹਾਂ, ਡਰ ਤਾਂ ਬਿਮਾਰੀਆਂ ਦਾ ਹੈਗਾ ਕਿ ਜਿਵੇਂ ਸਮੈਲ ਇੰਨੀ ਹੋ ਰਹੀ ਹੈ, ਇੰਨੀ ਗੰਦਗੀ ਜਿੰਨੇ ਚਿਰ ਸਾਫ਼ ਨਹੀਂ ਹੁੰਦੀ। ਔਰ ਉਹ ਜਿਹੜਾ ਭਰੀ ਹੋਈ ਹੈ ਲੇਕ, ਉਹਦੇ ਚੋਂ ਪਾਣੀ ਜਿੰਨੇ ਚਿਰ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਤਾਂ ਬਿਮਾਰੀਆਂ ਦਾ ਡਰ ਹੈ ਹੀ ਹੈ, ਕਿਉਂਕਿ ਸਮੈਲ ਬਹੁਤ ਜ਼ਿਆਦਾ
ਔਰ ਪਤਾ ਨਹੀਂ ਹੁਣ ਕਿੰਨਾ ਕੁ ਟਾਈਮ ਨਾਲ ਡੇਂਗੂ ਜਿਹੜਾ ਜਿਵੇਂ ਹੁਣ ਮੱਛਰ ਹੈਗਾ, ਡੇਂਗੂ ਦੀ ਬਿਮਾਰੀ ਆਮ ਹੀ ਫੈਲ ਰਹੀ ਹੈ ਬੱਚਿਆਂ ਨੂੰ, ਹਰ ਇੱਕ ਨੂੰ ਡਰ ਹੈਗਾ ਜੀ। ਹਾਂਜੀ ਬਿਲਕੁਲ ਹੁਣ ਹਾਊਸ ਵਾਈਫ ਹੋਏ ਫਿਰ ਤਾਂ ਚੱਲ ਵੀ ਜਾਂਦਾ, ਉਹ ਇਹ ਵੀ ਜੌਬ ਕਰਦੇ, ਬੱਚੇ ਸਕੂਲ ਜਾਂਦੇ ਆ ਤਾਂ ਰਹਿਣਾ ਵੀ ਜ਼ਰੂਰੀ ਹੈ। ਪੜ੍ਹਾਈ ਵੀ ਡਿਸਟਰਬ ਹੋ ਗਈ, ਕਿਤੇ ਬਿਲਕੁਲ ਰੂਟੀਨ ਆਮ ਚੱਲ ਰਿਹਾ ਸੀਗਾ, ਇੱਕੋਦਮ ਹੀ ਇੰਨਾ ਤੁਹਾਡਾ ਵਹੀਕਲ ਵੀ ਖਰਾਬ ਹੋ ਗਿਆ, ਗੱਡੀ ਵਗੈਰਾ? ਜੀ ਅਸੀਂ ਐਕਚੁਅਲੀ ਮੈਂ ਨੀਚੇ ਆਈ ਇਸ ਚੀਜ਼ ਕਰਕੇ ਸੀ ਵੀ ਉਹਨੂੰ ਉੱਥੇ ਤੱਕ ਮਕੈਨਿਕ ਤੱਕ ਪਹੁੰਚਾਈਏ ਕਿਵੇਂ। ਕਿਹੜਾ ਵਹੀਕਲ ਤੁਹਾਡਾ ਖਰਾਬ ਹੋਇਆ? ਗੱਡੀ ਤਾਂ ਸਾਡੀ ਬਾਈ ਚਾਂਸ 22 ਲੱਖ ਬਚ ਗਈ, ਉਹ ਵੀ ਤਾਂ ਬਚ ਗਈ ਕਿਉਂਕਿ ਲਾਸਟ ਟਾਈਮ ਜਦੋਂ ਪਾਣੀ ਆਇਆ ਨਾ ਉਦੋਂ ਵੀ ਇੱਥੇ ਸਾਡੀ ਗੱਡੀ ਇੱਥੇ ਖੜੀ ਹੁੰਦੀ ਸੀ ਤਾਂ ਉਹ ਭਰ ਗਿਆ ਸੀ ਪਾਣੀ ਉਹਦੇ ਵਿੱਚ, ਤੇ ਅਸੀਂ ਉਸ ਤੋਂ ਉਦੋਂ ਸਾਡਾ 20-25 ਹਜ਼ਾਰ ਰੁਪਏ ਲੱਗਿਆ ਤੇ ਅਸੀਂ ਉਸ ਚੀਜ਼ ਤੋਂ ਡਰੇ ਹੋਏ ਸੀ। ਤਾਂ ਸਾਨੂੰ ਜਦੋਂ ਵੀ ਮਾੜੀ ਜਿਹੀ ਬਾਰਿਸ਼ ਹੁੰਦੀ ਅਸੀਂ ਆਪਣਾ ਵਹੀਕਲ ਉੱਚੀ ਜਗ੍ਹਾ ਤੇ ਖੜਾ ਦਿੰਦੇ ਆ। ਉਸਦੇ ਬਾਈ ਚਾਂਸ ਮੇਰਾ ਭਰਾ ਵੀ ਆਇਆ ਹੋਇਆ ਸੀ, ਉਹਨਾਂ ਦੀ ਗੱਡੀ ਫਸ ਗਈ ਤੇ ਅਸੀਂ ਰਾਤ ਨੂੰ 2-2:30 ਵਜੇ ਗੱਲਾਂ ਕਰਦੇ ਰਹੇ ਤੇ ਅਸੀਂ ਰਾਤ ਨੂੰ ਉੱਥੇ ਉੱਪਰ ਖੜਾਇਆ ਇਹ ਦੋਨੋਂ ਗੱਡੀਆਂ। ਮੈंने अपनी स्कूटी ਦਾ ਸੋਚਿਆ ਹੀ ਨਹੀਂ ਸੀ, ਮੈਂ ਕਿਹਾ ਇੱਥੇ ਤਾਂ ਕਿੱਥੇ ਪਾਣੀ ਆ ਸਕਦਾ, ਬਟ ਹੁਣ ਹਲੇ ਨਵੀਂ ਖਰੀਦੀ ਸੀ। ਅੱਛਾ, ਇਹ ਤੁਹਾਡੀ ਸਕੂਟਰੀ ਹੈ? ਨਹੀਂ ਉਹ ਖੜੀ ਹੈ ਜੀ, ਤਾਂ ਹੁਣ ਤਾਂ ਕਰਕੇ ਨਾ ਸਹੀ ਸੋਚੀ ਜਾ ਰਿਹਾ ਵੀ ਉਹਨੂੰ ਉੱਥੇ ਤੱਕ ਪਹੁੰਚਾਈਏ ਕਿੱਦਾਂ। ਬਿਲਕੁਲ, ਬੜਾ ਦੁੱਖ ਹੁੰਦਾ ਵੀ ਨਵੀਂ ਚੀਜ਼ ਹੈਗੀ, ਚਾਹੇ ਉਹ ਲੱਖਾਂ ਦੀ ਹੋਵੇ ਕੱਖਾਂ ਦੀ ਹੋਵੇ, ਚੀਜ਼ ਖਰਾਬ ਹੋਈ ਤਾਂ ਦੁੱਖ ਡੇਲੀ ਆਊਟ ਟਾਊਨ ਚ ਹਾਂ ਕਰਨਾ। ਹਾਂ ਇਹ ਸੀ ਜੀ ਫਲੱਡ ਦਾ ਵੀ, ਹਾਂ ਕਦੇ ਐਕਸਪੈਕਟ ਨਹੀਂ ਕਰਿਆ ਸੀ। ਵੱਡੇ ਸ਼ਹਿਰਾਂ 'ਚ ਆਪਾਂ ਸੋਚੀਏ, ਜਿੱਥੇ ਸੋਚਦੇ ਹਾਂ ਚੰਡੀਗੜ੍ਹ ਆਪਸੀ ਚੱਲਨੇ ਆ ਪਰਿਵਾਰ ਨੂੰ ਲੈ ਕੇ, ਉੱਥੇ ਸੋਚ ਕੇ ਬੰਦਾ ਕਹਿੰਦਾ ਯਾਰ ਹੁਣ ਤਾਂ ਬਲਕਿ ਸਾਨੂੰ ਇਹ ਸੋਚਣ ਲਈ ਮਜਬੂਰ ਹੋ ਗਏ। ਪਹਿਲਾਂ ਅਸੀਂ ਇੱਥੇ ਬੜੀ ਖੁਸ਼ੀ ਚਾਈ ਆਏ ਸੀ ਵੀ ਅਸੀਂ ਆਪਣਾ ਬੱਚਿਆਂ ਦਾ ਅੱਗੇ ਫਿਊਚਰ ਬਣਾਵਾਂਗੇ, ਪਰ ਹੁਣ ਲੱਗਦਾ ਸਾਨੂੰ ਵੀ ਅਸੀਂ ਉੱਥੇ ਹੀ ਜ਼ਿਆਦਾ ਸੇਫ ਹੈਗੇ ਆ। ਵੀ ਖੇਤਾਂ ਨੂੰ ਬੰਦਾ ਰੱਖੇ, ਪਾਣੀ ਦਾ ਨਿਕਾਲ। ਨਹੀਂ ਹੁਣ ਅਸੀਂ ਜਦੋਂ ਇੱਥੇ ਗਏ, ਅਸੀਂ ਆਪਣੇ ਘਰ ਗਏ ਨਾ, ਇੰਨਾ ਸਕੂਨ ਮਿਲਿਆ ਨਾ ਵੀ ਸਾਨੂੰ ਐ ਲੱਗ ਰਿਹਾ ਸੀ ਵੀ ਸਾਡਾ ਮਹਿਲ ਅਸੀਂ ਬਸ ਕਦੀ ਛੱਡੀਏ ਨਾ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਵੈਸੇ ਪਿੱਛੇ? ਅਸੀਂ ਨਾਰਾਇਣਗੜ੍ਹ ਹੈ ਜੀ ਸਾਡਾ ਆਪਣਾ ਘਰ। ਬਿਲਕੁਲ, ਡਰ ਤਾਂ ਹੁੰਦਾ ਹੀ ਹੈ। ਸੋ ਇਹ ਭੈਣ ਕਹਿ ਰਹੇ ਨੇ ਕਿ ਸਾਨੂੰ ਐ ਲੱਗਿਆ ਕਿ ਜਿਹੜਾ ਕਿ ਹੁਣ ਜਿਹੜੇ ਪਿੰਡਾਂ ਤੋਂ ਅਸੀਂ ਆਏ ਆ ਉੱਥੇ ਮੁੜ ਚਲੀਏ, ਕਿਉਂਕਿ ਜਦੋਂ ਅਜਿਹਾ ਮੰਜ਼ਰ ਜਿਹੜਾ ਬਣਦਾ ਤਾਂ ਫਿਰ ਕੀ ਹੁੰਦਾ ਹੈ ਕਿ ਬੰਦੇ ਨੂੰ ਲੱਗਦਾ ਕਿ ਜਿਹੜੇ ਪਿੰਡ ਸੀ ਉਹੀ ਚੰਗੇ ਸੀ। ਪਰ ਕੀ ਕਰੀਏ, ਅਸੀਂ ਕਮਾਈਆਂ ਆਪਦੇ ਘਰ ਸਾਂਭਣ, ਆਪਦੇ ਘਰ ਚਲਾਉਣ ਲਈ ਵੱਡੇ ਸ਼ਹਿਰਾਂ ਨੂੰ ਨੌਕਰੀਆਂ ਕਰਨ ਆਉਨੇ ਆ, ਪਰ ਇੱਥੇ ਕੀ ਪਤਾ ਲੱਗਦਾ ਕਿ ਇੱਥੇ ਬਿਲਡਰ ਜਾਂ ਕੁਝ ਅਜਿਹੀ ਜਿਹੜੇ ਆਰਕੀਟੈਕਚਰ ਹੈਗੇ ਨੇ, ਜਦੋਂ ਬਿਲਡਿੰਗਾਂ ਬਣਦੀਆਂ ਨੇ ਤਾਂ ਉਹਨਾਂ 'ਚ ਇਹ ਧਿਆਨ ਨਹੀਂ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਬਾਰਿਸ਼ ਵੀ ਆਣੀ ਹੈ, ਪਹਾੜੀ ਏਰੀਏ ਦੇ ਨਾਲ ਲੱਗਦਾ ਸਾਰਾ ਜਿਹੜਾ ਦਰਿਆ ਵੀ, ਇੱਥੇ ਘੱਗਰ ਦਰਿਆ ਵੀ ਨੇੜੇ ਹੈ, ਨਦੀ ਨੇੜੇ ਹੈਗੀ ਹੈ। ਤਾਂ ਇਹ ਜਿਹੜੀਆਂ ਵਹੀਕਲ ਹੈਗੇ ਨੇ, ਇਹ ਭੈਣ ਜਿਹੜੀ ਕਹਿ ਰਹੀ ਕਿ ਮੇਰੀ ਜਿਹੜੀ ਸਕੂਟਰੀ ਹੈ ਇਹ ਡੈਮੇਜ ਹੋ, ਮਤਲਬ ਇਸ ਨੂੰ ਕਿਵੇਂ ਮਿਸਤਰੀ ਤੱਕ ਪਹੁੰਚਾਇਆ ਜਾਵੇ, ਕੀ ਪਤਾ ਕਿੰਨੇ ਪੈਸੇ ਲੱਗਣਗੇ ਜਿਹੜੇ ਨੂੰ ਠੀਕ ਕਰਵਾਉਣ ਦੇ ਲਈ। ਤਾਂ ਹੋਰ ਵੀ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਤੁਹਾਨੂੰ ਦਿਖਾਉਂਦੇ ਆ। ਬਹੁਤ ਵੱਡੀ ਸਿਟੀ ਹੈਗੀ ਹੈ, ਸਾਰਾ ਤੁਹਾਨੂੰ ਦਿਖਾਉਂਦੇ ਆ ਕਿੰਨਾ ਕੁ ਜਿਹੜਾ ਨੁਕਸਾਨ ਲੋਕਾਂ ਦਾ ਹੋ ਚੁੱਕਿਆ ਹੈ। ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ, ਤੋਂ ਅਸੀਂ ਹੋਰ ਵੀ ਸਰ, ਤੁਸੀਂ ਵੀ ਇੱਥੇ ਰਹਿੰਦੇ ਹੋ ਜੀ? ਤੇ ਜਿਹੜਾ ਮੌਕੇ ਦਾ ਜਿਹੜਾ ਮੰਜ਼ਰ ਹੈਗਾ, ਤੁਸੀਂ ਆਪਦੀ ਅੱਖੀ ਦੇਖਿਆ ਜਿਹੜਾ ਕੁਛ ਇੱਥੇ ਹੋਇਆ ਹੈ? ਹਾਂਜੀ ਦੇਖਿਆ ਸੀਗਾ ਜੀ ਜੀ। तो रातों रात बिल्कुल अचानक मतलब कि समझ लो अद्धे घंटे अंदर पूरा भर गया सी। ਅੱਛਾ ਜੀ। किसी ने कोई निकलने का मौका ही नहीं मिला। जाते इसे थल्ले आके देखे तो पूरा इन्ना पानी आया ਸਹਿਮ ਦਾ ਮਾਹੌਲ ਬਣ ਗਿਆ, ਜਿਹੜੇ ਉੱਪਰਲੇ ਬੈਠੇ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਕਿਤੇ ਬਿਲਡਿੰਗ ਰੋੜ ਨਾ ਜਾਵੇ, ਡਰ ਤਾਂ ਸੀਗਾ ਹੀ। बिल्कुल बिल्कुल डर सीगा कि किन्ना पानी ऊपर चल जाएगा, कोई ठिकाना नहीं है। जिस हिसाब से पानी वध रहा सीगा ना, ते पूरा समझ लो कि आए तो डुब गई थी थल्ले वाला पूरा। ਅੱਛਾ ਜੀ। फर्स्ट फ्लोर पे पानी जाने वाला सी, इन्ना ज्यादा हो गया सीगा। ਤੇ ਹੁਣ ਉੱਤੇ ਰਹਿਣ ਰੂਣ ਨੂੰ ਪਾਣੀ ਪੂਣੀ ਆ ਚੁੱਕਿਆ ਹੈ, ਮਤਲਬ ਬਿਜਲੀ ਬੁਜਲੀ ਆ ਚੁੱਕੀ ਹੈ ਸਭ? हाँ जी, हुण ते बिजली पानी आ गया वैसे। ਤੇ ਕਿੰਨਾ ਗੱਡੀਆਂ ਗੁੱਡੀਆਂ ਤੁਹਾਡੇ ਵੀ ਨੁਕਸਾਨ ਹੋਇਆ ਹੈ? बहुत नुकसान है। साढ़े दो गड्डियां से देखो, एक है खड़ी है। ਇਹ ਕੀਆ ਤੁਹਾਡੀ ਗੱਡੀ ਹੈ? हाँ जी, ਤੁਸੀਂ ਦਿਖਾਣਾ ਚਾਹੁੰਦੇ ਬਾਈ ਜੀ ਇਹ ਕਿੰਨਾ ਕੁ ਜਿਹੜਾ ਕੀਆ ਦਾ ਨੁਕਸਾਨ ਹੋਇਆ ਹੈ? बहुत नुकसान हुआ है। देखो एक होर गड्डी सी साडी, ਜੀ वो कल शोरूम चों दे के आए हैं जी। ते वो कहंदे टोटली खराब हो गई है, ਜੀ। ਇਹਦਾ ਕੁਝ ਨਹੀਂ ਮਿਲਣਾ ਕਹਿ ਰਹੇ। ਅੱਛਾ, ਜਮਾਂ ਹੀ ਕੁਛ ਨਹੀਂ, ਉਹ ਵੀ ਨਵੀਂ ਗੱਡੀ ਹੈ? ਨਵੀਂ ਗੱਡੀ ਹੈ, ਅੱਛਾ ਕਹਿੰਦੇ ਟੋਟਲ ਖਰਾਬ ਹੋ ਗਈ ਹੈ ਜੀ। ਤੇ ਇਹਨੂੰ ਰਿਪੇਅਰ ਕਰਨ ਦੀ ਜਿੰਨੀ ਕਾਸਟ ਆਣੀ ਹੈ ਨਾ, ਉਹਦੇ ਹਿਸਾਬ ਨਾਲ ਤੇ ਇਹਨੂੰ ਅਸੀਂ ਸਕ੍ਰੈਪ ਕਰ ਦੇਣਾ ਕਹਿੰਦੇ। ਇਹਨੂੰ ਵੀ ਇਹਦਾ ਨਹੀਂ ਪਤਾ, ਇਹਨੂੰ ਲੈ ਕੇ ਜਾ ਰਹੇ ਸੀ ਹੁਣ ਅਸੀਂ। ਇਹ ਵੀ ਸੈਂਸਰ ਗੱਡੀ ਹੈਗੀ, ਸੈਂਸਰ ਗੱਡੀ ਦਾ ਦੱਸਿਆ ਜਾ ਰਿਹਾ ਕਿ ਵੱਡਾ ਨੁਕਸਾਨ ਹੋਇਆ ਵੱਡਾ ਨੁਕਸਾਨ ਮਤਲਬ ਜਿੰਨੇ ਪਾਰਟ ਹੈ ਕਹਿੰਦੇ ਸਾਰੇ ਖਰਾਬ ਹੋ ਗਏ ਆ ਜੀ। ਤੇ ਬਿਲਕੁਲ ਗੱਡੀਆਂ ਨੂੰ ਨਾ ਉਹ ਠੀਕ ਹੀ ਨਹੀਂ ਕਰ ਰਿਹਾ। ਉਹਨੂੰ ਕਹਿ ਰਿਹਾ ਕਿ ਵੀ ਨੋ ਲਾਸ ਚ ਇਹਦੇ ਪੈਸੇ ਮਿਲਣੇ ਆ, ਖਾਲੀ ਤੁਹਾਨੂੰ ਗੱਡੀ ਨਹੀਂ ਮਿਲਣੀ। ਅੱਛਾ, ਤੁਸੀਂ ਹੁਣ ਇਹ ਕਿੰਨਾ ਮਾਡਲ ਨਵੀਂ ਲਈ? ਬਿਲਕੁਲ। ਹਾਂ, ਮੇਰੇ ਤੇ 3 ਸਾਲ ਪੁਰਾਣੀ ਗੱਡੀ ਆ ਤੇ ਇਹਦੇ ਤਾਂ ਮਿਲਣ ਤਨ ਚ ਪਾਣੀ ਵੜ ਚੁੱਕਿਆ ਜਿਵੇਂ? ਪੂਰਾ ਵੜ ਚੁੱਕਿਆ। 15 ਲੱਖ 15.5 ਲੱਖ ਦੀ ਗੱਡੀ ਹੈ, ਸੋਚਿਆ ਵੀ। ਉਹ ਵੀ ਇੱਕ ਗੱਡੀ ਸੀ ਮੇਰੇ ਕੋਲ 15.5 ਲੱਖ ਦੀ ਗੱਡੀ ਆ, ਤੇ ਉਹਦਾ ਇੰਸ਼ੋਰੈਂਸ ਦੇਣਾ 5 ਲੱਖ ਰੁਪਏ ਦੇਣਾ ਮੈਨੂੰ ਬਸ। ਕਿੰਨਾ ਦੁੱਖ ਹੁੰਦਾ ਜਦੋਂ ਅਜਿਹੀਆਂ ਗੱਡੀਆਂ ਨੂੰ ਆਪਾਂ ਟੋਚਨ ਪਾ ਕੇ ਵੇਖਣ ਨੂੰ ਐ ਲੱਗਦਾ ਖਰੇ ਕਿੰਨੇ ਸਾਲ ਪਹਿਲਾਂ ਕਬਾੜ 'ਚ ਖੜੀਆਂ ਹੁੰਦੀਆਂ ਨੇ, ਐ ਮਹਿਸੂਸ ਹਾਂ ਜੀ, ਇਦਾਂ ਹੀ ਲੱਗਦੀਆਂ। ਬਿਲਕੁਲ ਚਮਕਦੀ ਹੋਈ ਗੱਡੀ ਸੀਗੀ। ਟੋ ਵਾਲਿਆਂ ਨੂੰ ਫੋਨ ਕੀਤਾ, ਉਹ ਲੈ ਕੇ ਜਾ ਰਹੇ ਨੇ? ਹਾਂ ਜੀ, ਹੁਣ ਆ ਰਿਹਾ ਟੋ ਵਾਲਾ।
ਲੈ ਕੇ ਲੈ ਕੇ ਜਾਏਗਾ, ਹਾਂਜੀ। ਬੜਾ ਦੁੱਖ ਹੁੰਦਾ ਹੈ ਜਦੋਂ ਆਪਦੀਆਂ ਚੀਜ਼ਾਂ ਐਡੇ ਵੱਡੇ ਸ਼ਹਿਰਾਂ 'ਚ ਆ ਕੇ ਬੰਦੇ ਨੂੰ ਜਿਹੇ ਦੁੱਖ ਜਦੋਂ ਚਿੰਬੜਦੇ ਆ ਸਹੀ ਗੱਲ ਹੈ ਬਿਲਕੁਲ, ਮਤਲਬ ਅਚਾਨਕ ਇਦਾਂ ਹੋ ਜਾਏ ਤਾਂ ਬੰਦਾ ਸ਼ੌਕ ਹੋ ਜਾਂਦਾ ਹੈ ਕਿ ਹੁਣ ਕੀ ਕਰੀਏ ਨਹੀਂ ਕਰੀਏ। ਕਲੋਨੀ ਨੂੰ ਕਿਤੇ ਨਾ ਕਿਤੇ ਜਿਹੜੇ ਇਹ ਮਾਲਕ ਨੂੰ ਚਾਹੀਦਾ ਕਿ ਹੁਣ ਇਹ ਲੋਕਾਂ ਨਾਲ ਸਹਾਇਤਾ ਤਾਂ ਕਰ ਰਹੇ ਨੇ, ਪੂਰੀ ਹੈਲਪ ਕਰ ਰਹੇ ਨੇ। ਹਾਂਜੀ ਪੂਰੀ ਹੈਲਪ ਕਰ ਰਹੇ ਆ, ਜਿੰਨੇ ਆਪਣੇ ਮੈਨੇਜਮੈਂਟ ਦੇ ਲੋਕੀ ਤੇ ਪੂਰੀ ਹੈਲਪ ਕਰ ਰਹੇ ਆ ਤੇ ਇੰਨਾ ਚੰਗਾ ਉਹਨੇ ਕਾਫੀ ਮਦਦ ਵੀ ਕੀਤੀ ਹੈ ਤੇ ਬੜੀ ਜਲਦੀ ਕੱਢ ਦਿੱਤਾ ਸਭ ਕੁਝ। ਅੱਛਾ, ਬੜੀ ਜਲਦੀ ਕੱਢ ਦਿੱਤਾ, ਕਾਫੀ ਜਲਦੀ ਕੱਢ ਦਿੱਤਾ ਹੈਗਾ, ਨਹੀਂ ਤਾਂ 10 ਦਿਨ ਲੱਗ ਜਾਣੇ ਸੀਗੇ। ਚਲੋ ਠੀਕ ਹੈ ਜੀ। ਅਸੀਂ ਜਿਹੜੇ ਸਰਦਾਰ ਸਾਹਿਬ ਦੀ ਗੱਡੀ ਇਹ ਵੀ ਹੁਣੇ ਨੇ ਕਵਰ ਉਤਾਰਿਆ ਉਤੋਂ, ਬਾਈ ਜੀ ਉੱਪਰ ਚਲੇ ਗਏ ਨੇ ਸ਼ਾਇਦ, ਪਰ ਗੱਡੀ ਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ। ਗੱਡੀ ਦੇ ਇੰਜਨ 'ਚ ਵੀ ਪਾਣੀ ਵੜਿਆ ਹੋਣਾ, ਹਰ ਇੱਕ ਜਿਹੜੀ ਜਗ੍ਹਾ ਹੈਗੀ ਹੈ, ਕੋਈ ਜਗ੍ਹਾ ਨਹੀਂ ਹੋਣੀ ਜਿੱਥੇ ਪਾਣੀ ਨਾ ਵੜਿਆ, ਕਿਉਂਕਿ ਇਹ ਗੱਡੀ ਪੂਰਨ ਜਿਹੜੇ ਤੌਰ ਤੇ ਉਸ ਸਮੇਂ ਪਾਣੀ ਦੇ ਵਿੱਚ ਭਿੱਜ ਗਈ ਸੀ, ਕਿਉਂਕਿ 6 ਫੁੱਟ ਹਾਈਟ ਜਿਹੜੀ ਸੀ। ਤੇ ਇਹ ਗੱਡੀ ਦਾ ਹੁਣੇ ਕਵਰ ਉਤਾਰਿਆ ਤੇ ਕਵਰ ਦੇ ਉਤਾਰਨ ਸਾਰ ਸਾਨੂੰ ਪਤਾ ਦੇਖਿਆ ਜਿਹੜੇ ਗੱਡੀ ਦੇ ਹਾਲਾਤ ਹੈਗੇ ਨੇ। ਸੋ ਗੁਲਮੋਹਰ ਸਿਟੀ ਦੇ ਵਿੱਚ ਜਿਹੜੇ ਇਹ ਵਿਚਾਰੇ ਇੱਥੇ ਸਫਾਈਆਂ ਕਰ ਰਹੇ ਨੇ, ਪੈਰ ਜਿਹੜੇ ਕਿ ਗਾਰੇ ਨਾਲ ਭਰੇ ਹੋਏ ਨੇ। ਬਾਈ ਜੀ ਕਿੰਨੇ ਦਿਨ ਤੋਂ ਸਫਾਈ ਕਰ ਰਹੇ ਹੋ? ਹਫਤੇ ਦੇ ਉੱਪਰ ਹੋ ਗਿਆ ਜੀ, ਹਫਤਾ ਹੀ ਹੋ ਗਿਆ ਜੀ ਲਗਭਗ। ਹਫਤਾ ਹੋ ਗਿਆ। ਹਾਂਜੀ। ਤੇ ਤੁਸੀਂ ਤਾਂ ਫਿਰ ਹਰ ਚੀਜ਼ ਦੇਖੀ ਹੋਣੀ ਜਦੋਂ ਇੱਥੇ ਜਿਹੜਾ ਕੁਝ ਬਣਿਆ ਸੀ ਸਾਰਾ। ਹਾਂ ਜੀ, ਉਹ 7 ਫੁੱਟ ਪਾਣੀ ਦਾ ਜੀ ਸਮਾਈ ਬੋਟ ਲੇਗਾ ਖੜੀ ਹੈ, ਬੋਟ ਬਾਹਰੇ ਖੜੀ ਆ ਜੀ। ਅੱਛਾ। ਕਈ ਗੱਡੀਆਂ ਟੈਂਚ ਵੀ ਕਰਦੀ ਉਹਨਾਂ ਨੇ, ਬੋਟ ਨੇ। ਤੇ ਸਫਾਈ ਕਰ ਰਹੇ ਹੋ, ਕੋਈ ਬੂਟ ਬਾਟ ਮਿਲੇ ਤੁਹਾਨੂੰ ਕੋਈ ਪਾਉਣ ਵਾਸਤੇ? ਕਿਉਂਕਿ ਇੱਥੇ ਬਿਜਲੀ ਦਾ ਵੀ ਡਰ ਹੈਗਾ, ਕਿਉਂਕਿ ਹੁਣ ਲਾਈਟ ਛੱਡ ਦਿੱਤੀ ਗਈ ਹੈ। ਨਾ ਹੀ ਕੋਈ ਸਾਧਨ ਨਹੀਂ। ਨਹੀਂ, ਬੂਟ ਬਾਟ ਨਹੀਂ ਦਿੱਤੇ ਤੁਹਾਨੂੰ? ਨਾ ਹੀ ਨਹੀਂ ਹੈ। ਹਾਂਜੀ, ਕੋ ਪੈਰਾਂ ਦੇ ਵਿੱਚ ਕੱਚ ਵੱਜਣ ਦੀ ਵੀ ਡਰ ਹੈਗਾ ਸਰ, ਡਰ ਤਾਂ ਹੈ ਹੀ ਹੈ ਜੀ। ਸੱਪ ਸਕਿੰਡਾ ਜੋ ਮਰਜੀ ਹੋ ਸਕਦਾ ਜੀ, ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ। ਬਾਹਰ ਤੇ ਪਾਣੀ ਆਇਆ ਜੀ, ਖਬਰ ਕਿਆ ਕਿਆ ਚੀਜ਼ ਆਈ ਵਿੱਚ ਵਾ। ਹੋਰ ਜੀ। ਅੱਛਾ ਅੱਛਾ, ਸੱਪ ਸੁੱਪ ਨਿੱਕੇ ਨਿੱਕੇ ਜਾਨਵਰ ਹੀ ਫਿਰਦੇ ਹੋਣਗੇ, ਪੈਰਾਂ ਨੂੰ ਕੀ ਪਤਾ ਚੱਲਦਾ ਕਿਸ ਸਮੇਂ ਕੁਝ ਵੀ ਹੋ ਸਕਦਾ। ਕੋਈ ਪਤਾ ਨਹੀਂ ਹੈ ਜੀ, ਬਹੁਤ ਕੁਛ ਆਇਆ ਜੀ ਬਾਹਰ ਤੇ ਆਇਆ ਜੀ ਪਾਣੀ, ਕੰਧ ਤੋੜ ਕੇ ਅੰਦਰ। ਅੱਛਾ, ਇਹੋ ਨਹੀਂ ਪਤਾ ਕਿਆ ਕਿਆ ਚੀਜ਼ ਆਈ ਵੀ, ਕੰਚ ਵੀ ਆਇਆ ਵਾ, ਰੋੜੇ ਰੋੜੀਆਂ ਸਭ ਕੁਛ ਆਇਆ ਵਾ ਜੀ ਇਸਕੇ ਵਿੱਚ। ਪੈਰਾਂ ਤੁਸੀਂ ਨੰਗੇ ਫਿਰਦੇ ਹੋ? ਹਾਂ ਜੀ। ਚੱਪਲਾਂ ਦਾ ਕੰਮ ਨਹੀਂ ਹੁੰਦਾ? ਚੱਪਲਾਂ ਤੋਂ ਕੰਮ ਹੁੰਦਾ ਨਹੀਂ, ਅਗਰ ਸਲਿੱਪ ਚੱਪਲ ਪਾ ਕੇ ਕੰਮ ਕਰਾਂਗੇ ਤਾਂ ਲੱਤ ਬਾਂਹ ਟੁੱਟ ਜਾਣੀ ਹੈ ਜੀ। ਤੇ ਤੁਹਾਨੂੰ ਕੋਈ ਦੇ ਰਹੇ ਨੇ ਐਕਸਟਰਾ ਕੁਝ ਦਿਹਾੜੀ ਤੋਂ ਇਲਾਵਾ? ਨਹੀਂ ਕੁਛ ਨਹੀਂ ਦੇ ਰਹੇ, ਬਸ ਦਿਹਾੜੀ ਆ। ਉਹ ਜਿਹੜਾ ਚੱਲ ਰਿਹਾ ਸੈਲਰੀ ਬੇਸ, ਬਸ ਉਹੀ ਦੇ ਰਹੇ ਆ ਸਭ ਕੁਝ। ਤੁਸੀਂ ਇੱਥੇ ਕਮੇਟੀ ਦੇ ਇੱਥੇ ਕਮੇਟੀ ਅੰਡਰ ਕੰਮ ਕਰਦੇ ਹੋ? ਹਾਂਜੀ, ਡੇਰਾ ਬਸੀ ਕਮੇਟੀ ਦੇ ਅੰਡਰ ਕੰਮ ਹੈ, ਕੋਈ ਐਕਸਟਰਾ ਨਹੀਂ ਦੇ ਰਿਹਾ? ਨਾ ਜੀ। ਖਤਰਨਾਕ ਕੰਮ ਹੀ ਹੈਗਾ। ਹੁਣ ਬਿਜਲੀ ਦਾ ਜਿਹੜਾ ਡਰ ਹੈਗਾ ਕਿਉਂਕਿ ਸੋ ਇਹ ਵੀ ਵਰਗ ਜਿਹੜਾ ਕੀ ਆਪਦੇ ਆਪ 'ਚ ਪਰੇਸ਼ਾਨ ਹੁੰਦਾ, ਕਿਉਂਕਿ ਨੰਗੇ ਪੈਰੀ ਇੱਥੇ ਬਿਜਲੀ ਦਾ ਡਰ ਵੀ ਹੈਗਾ, ਕਿਉਂਕਿ ਕਿੱਦਾਂ ਦਾ ਇੱਥੇ ਪਾਣੀ ਖੜਿਆ ਤੇ ਲਾਈਟ ਹੁਣ ਛੱਡੀ ਹੈ ਤਾਂ ਲਾਈਟ ਦੇ ਨਾਲ ਨਾਲ ਇੱਥੇ ਹਰ ਤਰ੍ਹਾਂ ਦੀ ਜਿਹੜੀ ਸਫਾਈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਡਰ ਤਾਂ ਜਿਹੜਾ ਹੁੰਦਾ ਉਹ ਤਾਂ ਦਿਖਾਈ ਦੇ ਰਿਹਾ। ਸੋ ਇਹ ਦੇਖ ਸਕਦੇ ਤੁਸੀਂ ਬੁਲਟ ਮੋਟਰਸਾਈਕਲ ਹੈਗਾ, ਸ਼ਾਇਦ ਇਹ ਓਨੇ ਪਾਣੀ ਦੀ ਗੱਲ ਕਰੀ ਤਾਂ ਇਹ ਵੀ ਕਿਸੇ ਤਰੀਕੇ ਦੇ ਨਾਲ ਕਹਿੰਦੇ ਸ਼ਾਇਦ ਜਿਹੜਾ ਇੱਥੇ ਖੜਿਆ ਮਿਲਿਆ, ਕਿਉਂਕਿ ਇਹ ਵੀ ਰੁੜ ਸਕਦਾ ਸੀ। ਸਟੈਂਡ ਵਗੈਰਾ ਲੱਗਣ ਕਰਕੇ ਇੱਥੇ ਖੜਿਆ। ਤੇ ਦੇਖੋ ਇਹ ਬੁਲਟ ਹੈਗਾ, ਨਾਲ ਹੀ ਬਾਈਕ ਖੜੇ ਨੇ, ਸਕੂਟਰੀਆਂ ਖੜੀਆਂ ਨੇ, ਸਾਰੀਆਂ ਜਿਹੜੀਆਂ ਮੇਰੇ ਹਿਸਾਬ ਦੇ ਨਾਲ ਜੇ ਦੇਖਿਆ ਜਾਏ ਤਾਂ ਹਰ ਪ੍ਰਕਾਰ ਦੀ ਜਿਹੜੀ ਡੈਮੇਜ ਹੈਗਾ ਜਿਹੜਾ ਦਿਖਾਈ ਦੇ ਰਿਹਾ ਹੈ। ਇਸ ਦੇ ਵਿੱਚ ਤਾਂ ਸ਼ਾਇਦ ਜਿਵੇਂ ਤੇਲ ਵੀ ਲੀਕ ਹੋ ਰਿਹਾ ਹੈ। ਤਾਂ ਮਹਿੰਗੀਆਂ ਚੀਜ਼ਾਂ ਨੇ, ਚਾਹੇ ਕਿੰਨੀਆਂ ਔਖੀਆਂ ਬਣਦੀਆਂ ਨੇ, ਕਿੰਨਾ ਕੁਛ ਅਸੀਂ ਆਪਦੀ ਮਿਹਨਤ ਦੀ ਕਮਾਈ ਇਹਨਾਂ ਤੇ ਲਗਾਉਂਦੇ ਹਾਂ, ਜਦੋਂ ਇਹ ਚੀਜ਼ਾਂ ਮਿੱਟੀ ਹੋ ਜਾਂਦੀਆਂ ਨੇ ਤਾਂ ਫਿਰ ਮਿਹਨਤ ਨਾਲ ਜਿਹੜੀ ਕਮਾਈ ਚੀਜ਼ ਦਾ ਦੁੱਖ ਤਾਂ ਫਿਰ ਹੁੰਦਾ ਹੀ ਹੈ। ਸੋ ਇਹ ਵੀ ਗੱਡੀ ਜਿਹੜੀ ਕਿ ਗੁਲਮੋਹਰ ਸਿਟੀ ਦੇ ਅੰਦਰ ਜਦੋਂ ਪਾਣੀ ਆਇਆ ਸੀ ਤਾਂ ਇਸਨੇ ਪਾਣੀ ਨਾਲ ਜਿਹੜੀ ਜੱਦੋ ਜਹਿਦ ਲੜਾਈ ਹੋਈ ਹੈ ਤਾਂ ਦੇਖੋ ਗੱਡੀ ਦੇ ਅੰਦਰ ਚਿੱਕੜ ਹੀ ਚਿੱਕੜ ਹੈਗਾ। ਚਾਹੇ ਅੱਜ 2-3 ਦਿਨ ਹੋ ਚੁੱਕੇ ਨੇ ਬਾਰਿਸ਼ ਨਹੀਂ, ਪਰ ਜਿਹੜੀ ਗੱਡੀ 6 ਫੁੱਟ ਦੀ ਹਾਈਟ ਤਾਂ ਚਲੋ 4.5 ਫੁੱਟ ਦੀ ਹਾਈਟ 5 ਫੁੱਟ ਹੁੰਦੀ ਤਾਂ ਗੱਡੀ ਸਾਰੀ ਬਿਲਕੁਲ ਚਿੱਕੜ ਦੇ ਨਾਲ ਭਰੀ ਹੋਈ ਹੈ। ਤਾਂ ਹਾਲੇ ਤੱਕ ਬਾਈ ਜੀ ਇਹਨਾਂ ਨੂੰ ਧੋ ਰਹੇ ਨੇ ਕਿ ਤਾਂ ਜਾ ਕੇ ਜਦੋਂ ਮਿਸਤਰੀ ਕੋਲ ਜਾਣਗੇ ਤਾਂ ਫਿਰ ਪਤਾ ਲੱਗੇਗਾ ਕਿ ਇਸ ਦਾ ਕਿੰਨਾ ਕੁ ਡੈਮੇਜ ਹੋਇਆ, ਕਿੰਨਾ ਕੁ ਇਸ ਦੇ ਉੱਪਰ। ਬਾਈ ਜੀ ਇੱਕ ਐਸਟੀਮੇਟ ਲਿਆ ਕੋਈ ਇਸ ਬਾਰੇ ਹਾਲੇ? ਇਹ ਤਾਂ ਹੁਣ ਖੁੱਲਣ ਤੋਂ ਬਾਅਦ ਹੀ ਪਤਾ ਚੱਲੇਗਾ ਜੀ। ਅੱਛਾ, ਕੋਈ ਮਿਸਤਰੀ ਤਾਂ ਆਏ ਹੋਣੇ ਨੇ? ਨਹੀਂ, ਮਿਸਤਰੀ ਤਾਂ ਉਹੀ ਕਹਿੰਦਾ ਕਿ ਜਦ ਲੈ ਆਓਗੇ ਤਾਂ ਹੀ ਦੇਖਾਂਗੇ ਜੀ। ਬੜਾ ਵੱਡਾ ਨੁਕਸਾਨ ਹੋ ਗਿਆ ਨਾ ਗੱਡੀਆਂ, ਜਿਵੇਂ ਕੋਈ ਕਿੰਨੇ ਔਖੇ ਵਹੀਕਲ ਬਣਦੇ ਨੇ, ਆਪਾਂ ਦੀ ਜ਼ਿੰਦਗੀ ਦੀ ਕਮਾਈ ਲਾਣੇ ਆ, ਕਿਸ਼ਤਾਂ ਭਰ ਕੇ ਇਹਨਾਂ ਨੂੰ ਪੂਰਾ ਕਰਦੇ ਆ। ਅੱਜ ਦੀ ਜਿਹੜੀ ਰੋਟੀ ਖਾਣੀ ਬੜੀ ਮੁਸ਼ਕਿਲ ਹੈ। ਸਹੀ ਗੱਲ, ਇਹਨਾਂ ਨੂੰ ਰਿਪੇਅਰ ਕਰਾਉਣਾ ਤਾਂ ਬਹੁਤ ਵੱਡੀ ਗੱਲ। ਤੇ ਇੱਕ ਬਈ ਜੀ ਜਿਵੇਂ ਹੁਣ ਇੰਸ਼ੋਰੈਂਸ ਹੈਗਾ, ਇੰਸ਼ੋਰੈਂਸ ਵੀ ਸ਼ਾਇਦ ਕੰਪਨੀਆਂ ਨਹੀਂ ਦੇਣਗੀਆਂ? ਨਹੀਂ ਦੇਣਗੇ ਜੀ, ਬਿਲਕੁਲ ਨਹੀਂ ਦੇਣਗੇ। ਨਹੀਂ ਦੇਣਗੀਆਂ। ਇਹ ਤਾਂ ਲੋਕਲ ਐਮਐਲਏ ਮਿਨਿਸਟਰੀ ਨੂੰ ਕੁਝ ਇਨੀਸ਼ੀਏਟਿਵ ਲੈਣਾ ਚਾਹੀਦਾ ਤਾਂ ਕਿ ਆਪਣੀ ਫੰਡਸ ਵਿੱਚੋਂ ਕੁਝ ਹੈਲਪ ਕਰੇ। ਪੰਜਾਬ ਸਰਕਾਰ ਵਗੈਰਾ ਨੂੰ ਚਾਹੀਦਾ ਕਿ ਜਿਹੜੇ ਵਿਚਾਰੇ ਚਲੋ ਆਪਾਂ ਇਹ ਕਹਿੰਦੇ ਕਿਸੇ ਸ਼ਾਂਤੀ ਕੰਜੇ ਜਿਹੜੇ ਲੋਕ ਬਹੁਤ ਜ਼ਿਆਦਾ ਲੋੜਵੰਦ ਹੈਗੇ ਨੇ ਉਹਨਾਂ ਦੀ ਹੈਲਪ ਹੋਣੀ ਚਾਹੀਦੀ, ਕਿਉਂਕਿ ਪਿੰਡਾਂ 'ਚ ਨਹੀਂ ਸ਼ਹਿਰਾਂ 'ਚ ਵੀ ਲੋਕ ਲੋੜਵੰਦ ਹੈਗੇ ਨੇ। ਸਾਰੇ ਦੁਖੀ ਆ ਜੀ,
ਜੀ ਜੀ ਸਾਰੇ ਹੀ ਦੁਖੀ ਹੈ, ਇੱਥੇ ਕੋਈ ਗੱਡੀ ਬਚੀ ਨਹੀਂ ਹੈ। ਜੀ ਜੀ ਤੇ ਬਾਕੀ ਹੁਣ ਗਵਰਨਮੈਂਟ ਤੋਂ ਤਾਂ ਇਹੀ ਅਪੀਲ ਕਰ ਸਕਦੇ ਹਾਂ ਜੀ ਜੀ ਕਿ ਮਦਦ ਕਰੋ ਜੀ, ਬਿਲ ਜੇ ਕਰ ਸਕਦੇ ਹੋ ਜੇ ਕਰ ਸਕਦੇ ਹੋ ਬਸ। ਅਪੀਲ ਹੀ ਹੈਗੀ, ਹੋਰ ਆਪਾਂ ਕਿਹੜਾ ਲੜ ਪਿੱਟ ਤਾਂ ਸਕਦੇ ਨਹੀਂ, ਅਪੀਲ ਹੀ ਹੈਗੀ ਹੈ। ਸੋ ਬਾਈ ਨੇ ਬਹੁਤ ਵਧੀਆ ਮੈਸੇਜ ਦਿੱਤਾ, ਕਹਿੰਦੇ ਅਪੀਲ ਹੀ ਹੈਗੀ ਹੈ। ਜਿਹੜਾ ਨੁਕਸਾਨ ਹੋਣਾ ਸੀ ਉਹ ਵੱਡੇ ਪੱਧਰ ਤੇ ਹੋਇਆ, ਸਾਰਿਆਂ ਦੇ ਸਾਹਮਣੇ ਹੈਗਾ। ਇਹ ਨਹੀਂ ਹੈਗਾ ਕਿ ਅਸੀਂ ਕੋਈ ਝੂਠ ਬੋਲ ਰਹੇ ਹਾਂ। ਇਹ ਦੇਖੋ ਅੱਜ ਕੱਲ ਸਾਈਕਲਾਂ ਦੀ ਗੱਲ ਕਰੀਏ ਤਾਂ 15-20 ਹਜ਼ਾਰ ਦੇ ਸਾਈਕਲ ਵੀ ਹੈਗੇ ਨੇ। ਤਾਂ ਹਾਲੇ ਤੱਕ ਜਿਹੜਾ ਇਹ ਏਰੀਆ ਹੈਗਾ ਗਲਮੋਰ ਸਿਟੀ ਦਾ, ਇੱਥੇ ਤਾਂ ਬਹੁਤ ਪਾਣੀ ਹੈਗਾ ਹਾਲੇ ਤੱਕ ਵੀ। ਜਿਹੜਾ ਪਾਣੀ ਦਲਦਲ ਪੂਰੇ ਵੱਡੇ ਪੱਧਰ ਤੇ ਹੈਗੀ ਹੈ। ਸਾਨੂੰ ਵੀ ਇੱਥੇ ਚੱਲਣਾ ਮੁਸ਼ਕਲ ਹੋ ਰਿਹਾ ਕਿਉਂਕਿ ਜਿਹੜੀ ਦਲਦਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਵੀ ਬੂਟ ਜਿਹੜੇ ਪੂਰੀ ਤਰ੍ਹਾਂ ਜਿਹੜੇ ਖਰਾਬ ਹੋ ਚੁੱਕੇ ਨੇ। ਤਾਂ ਅਸੀਂ ਵੀ ਬੜੇ ਆਰਾਮਦਾਰੀ ਦੇ ਨਾਲ ਅੱਗੇ ਜਾ ਰਹੇ ਹਾਂ। ਕਿਉਂ ਇੱਥੇ ਲੋਕ ਕਿਵੇਂ ਜਾਣਗੇ, ਇਹ ਤਾਂ ਇੱਕ ਸਵਾਲ ਖੜਾ ਹੁੰਦਾ। ਜੇਕਰ ਅਸੀਂ ਨਹੀਂ ਜਾ ਸਕਦੇ ਤਾਂ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਇੱਥੋਂ ਕਿਵੇਂ ਟੱਪਣਗੇ। ਹਾਲੇ ਤੱਕ ਇਸ ਸੁਸਾਇਟੀ ਨੂੰ ਵਸਣ ਦੇ ਲਈ 15 ਤੋਂ 20 ਦਿਨ ਲੱਗਣਗੇ। 15 ਤੋਂ 20 ਦਿਨਾਂ ਬਾਅਦ ਇਸ ਸੁਸਾਇਟੀ ਦਾ ਹਾਲ ਜਿਹੜਾ ਵਸਣ ਲਾਇਕ ਹੋਏਗਾ। ਤਾਂ ਅਸੀਂ ਕੈਮਰਾ ਪਰਸਨ ਇੱਕ ਵਾਰੀ ਬੰਦ ਕਰਕੇ ਅਸੀਂ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਦਲਦਲ ਹੈਗੀ ਹੈ। ਸੋ ਇਹ ਮੋਟਰ ਮਾਰਕੀਟ ਨਹੀਂ ਹੈਗੀ ਪਰ ਇਹ ਗਲਮੋਰ ਸਿਟੀ ਹੈਗੀ ਹੈ। ਤੁਸੀਂ ਦੇਖੋ ਮਿਸਤਰੀ ਵੀ ਲੱਗੇ ਹੋਏ ਨੇ, ਲਗਾਤਾਰ ਗੱਡੀਆਂ ਦੀ ਜਿਹੜੀ ਸਫਾਈ ਹੈਗੀ ਹੈ ਉਹ ਕੀਤੀ ਜਾ ਰਹੀ ਹੈ। ਜਿੱਥੇ ਤੱਕ ਤੁਸੀਂ ਆਹ ਗੱਡੀਆਂ ਦੇ ਸਾਰੀਆਂ ਗੱਡੀਆਂ ਧੁੱਪੇ ਸੁਕਾਉਣ ਦੇ ਲਈ ਇਸ ਸਮੇਂ ਉਹਨਾਂ 'ਚ ਮੈਟ ਵਗੈਰਾ ਬੋਨਟ ਚੱਕੇ ਹੋਏ ਨੇ। ਲੰਮਾ ਦਿਨੇ ਤੱਕ ਦੂਰ ਤੁਹਾਡੀ ਨਜ਼ਰ ਜਾਂਦੀ ਹੈ ਤਾਂ ਬੋਨਟ ਚੱਕ ਕੇ ਇੱਥੇ ਮਕੈਨਿਕ ਬੁਲਾਏ ਹੋਏ ਨੇ ਕਿਉਂਕਿ ਕਈ ਗੱਡੀਆਂ ਟੋ ਕਰਕੇ ਲਿਜਾਣਾ। ਬਈ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀਆਂ ਦਾ? ਵੀਰੇ ਵਾਹਵਾ ਹੋ ਗਿਆ ਨੁਕਸਾਨ ਤਾਂ ਇਹਨਾਂ ਦਾ। ਕਈ ਗੱਡੀਆਂ ਦਾ ਮਤਲਬ ਖਤਮ ਹੀ ਹੈਗੀਆਂ। ਅੱਛਾ ਸਾਡੇ ਕੋਲ ਇੱਕ ਗੱਡੀ ਖੜੀ ਉਹ ਫੁੱਲ ਭਰੀ ਪਈ ਆ ਮਤਲਬ ਪਾਣੀ ਨਾਲ। ਅੱਛਾ ਉਹ ਡੈਡ ਹੀ ਆ ਬਸ, ਉਹ ਮਤਲਬ ਮੁਸ਼ਕਿਲ ਹੀ ਹੋਵੇ। ਕਈਆਂ ਜਦੋਂ ਪਾਣੀ ਚੱਲ ਇਹਨਾਂ ਦੇ ਜਦੋਂ ਸਟਾਰਟ ਹੋ ਜਾਣਗੀਆਂ। ਜਿਹੜੀਆਂ ਸੈਂਸਰ ਵਾਲੀ ਗੱਡੀਆਂ ਕਹਿੰਦੇ ਨੇ ਉਹ ਜਮੇ ਖਤਮ ਹੋ ਗਈਆਂ। ਹਾਂ ਪਰ ਸੈਂਸਰ ਵਾਲੇ ਦੇ ਫਿਰ ਐ ਨਾ ਫਿਰ ਉਹਦੇ ਵਿੱਚ ਉਹ ਕੰਮ ਤਾਂ ਕਰਦਾ ਨਹੀਂ ਨਾ, ਪਾਣੀ ਵੀ ਕੱਢਣਾ ਔਖਾ ਉਹਨਾਂ ਦੇ ਹਿਸਾਬ ਨਾਲ। ਉਹਦੇ ਵਿੱਚ ਪਿਸਟਨ ਦੇ ਵਿੱਚ ਪਾਣੀ ਹੈਗਾ, ਪਾਣੀ ਨਹੀਂ ਨਿਕਲ ਰਿਹਾ ਇਹਨਾਂ ਦੇ ਵਿੱਚ। ਬਹੁਤ ਔਖਾ ਕੰਮ ਹੈ ਇਹਨਾਂ ਦਾ ਕਿਉਂਕਿ ਸੈਂਸਰ ਹੋ ਗਏ ਬਈ ਯਾਰ, ਉਹਨਾਂ ਦੇ ਪਾਰਟ ਮਹਿੰਗੇ ਇਹਨਾਂ ਦੇ। ਚਲੋ ਤੁਸੀਂ ਤਾਂ ਲੇਬਰ ਲੈਣੀ ਪਰ ਵਿਚਾਰਿਆਂ ਨੂੰ ਫ੍ਰੀ ਖਾਤੇ ਇੰਨਾ ਪੈਸਾ ਭਰਨਾ ਪੈ ਰਿਹਾ ਹੈ। ਉਹ ਤਾਂ ਗੱਲ ਹੈਗੀ ਆ ਬਈ ਯਾਰ, ਹੁਣ ਕੀ ਕਰ ਸਕਦੇ ਆ ਬਈ ਯਾਰ। ਮਾੜੀ ਤੋਂ ਮਾੜੀ ਛੋਟੀ ਛੋਟੀ ਗੱਡੀ ਤੇ 10,000 ਰੁਪਏ ਕਿੰਨਾ ਖਰਚਾ ਆਈਡੀਆ ਹੈਗਾ ਬਈ ਏਜੰਸੀ ਦੇ ਹਿਸਾਬ ਨਾਲ ਲਾਈਏ ਬਈ ਪੈਸੇ ਲੱਖਾਂ ਦੇ ਹਿਸਾਬ ਨਾਲ ਹੀ ਜਾਂਦੇ ਫਿਰ। ਜੇ ਆਮ ਲਾਈਏ ਲੇਬਰ 30-40 ਇੱਕ ਗੱਡੀ ਤੇ ਖਰਚਾ ਹੈਗਾ ਨਾ, ਛੋਟੀ ਛੋਟੀ ਗੱਡੀ ਦਾ ਵੀ ਵੱਧ ਹੋ ਸਕਦਾ ਵੀਰੇ, ਘੱਟ ਨਹੀਂ ਹੁੰਦਾ। ਵੱਧ ਹੋ ਸਕਦਾ ਵੱਧ ਕਿਉਂਕਿ ਬਈ ਯਾਰ ਇਹਨਾਂ ਦਾ ਮੇਨ ਤਾਂ ਏਸੀ ਵੀ ਹੁੰਦਾ ਨਾ। ਕਿਉਂਕਿ ਜੇ ਮੇਸੀ ਉੱਡ ਗਿਆ ਫਿਰ ਤਾਂ ਸਾਰਾ ਕੁਝ ਇਲੈਕਟ੍ਰੀਕਲ ਸਾਰੀ ਚੀਜ਼ਾਂ ਇਹਨਾਂ ਦੀਆਂ। ਅੱਛਾ ਫਿਰ ਸਾਰਾ ਉੱਡ ਗਿਆ। ਹਾਂ ਫਿਰ ਸਾਰੇ ਉੱਡ ਗਏ ਕਿਉਂਕਿ ਸਾਰਾ ਸੈਂਸਰ ਵੀ ਸਾਰੇ ਇਲੈਕਟ੍ਰੀਕਲ ਹੀ ਆ ਨਾ ਵੀਰੇ। ਜਿਹੜੀ ਜਿਨ੍ਹਾਂ ਨੇ ਕੰਮ ਕਰਨਾ, ਜਿਨ੍ਹਾਂ ਤੇ ਚੱਲਣਾ ਗੱਡੀ, ਉਹ ਮੇਨ ਚੀਜ਼ ਹੀ ਉੱਡ ਗਈ ਫਿਰ ਉਹਦਾ ਕੀ ਹੈਗਾ ਬਈ ਯਾਰ। ਬਿਲਕੁਲ। ਸੋ ਬਾਈ ਨੇ ਦੱਸਿਆ ਕਿ ਜੇਕਰ ਜਿਹੜੀਆਂ ਇਹਨਾਂ ਦਾ ਮੇਨ ਪਾਰਟਸ ਹੁੰਦੇ ਨੇ ਉਹ ਜੇਕਰ ਉੱਡ ਗਏ ਤਾਂ ਉਸ ਤੋਂ ਬਾਅਦ ਗੱਡੀ ਸਿਰਫ ਇੱਕ ਕਬਾੜੀਏ ਦੇ ਲਈ ਰਹਿ ਜਾਂਦੀ ਹੈ। ਪਰ ਲੋਕਾਂ ਨੇ ਇੰਨੀ ਮਿਹਨਤ ਨਾਲ ਗੱਡੀਆਂ ਜਿਹੜੀਆਂ ਖਰੀਦੀਆਂ ਨੇ, ਕਿਸੇ ਨੂੰ ਕੀ ਪਤਾ ਸੀ ਅਜਿਹਾ ਤੂਫਾਨ ਹੈ, ਅਜਿਹਾ ਮੰਜ਼ਰ ਜਿਹੜਾ ਸਾਹਮਣੇ ਆਣਾ ਹੈ। ਐਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਲੋਕਾਂ ਨੂੰ ਡਰ ਸਤਾਉਂਦਾ ਕਿਉਂਕਿ ਪਿੰਡਾਂ ਤੋਂ ਉੱਠ ਕੇ ਆਉਂਦੇ ਆ, ਸੋਚਦੇ ਆ ਕਿ ਵੱਡੇ ਸ਼ਹਿਰਾਂ ਨੂੰ ਜਾ ਰਹੇ ਆ। ਬਾਈ ਜੀ ਤੁਹਾਡੀ ਗੱਡੀ ਹੈ ਜੀ? ਭਾਜੀ ਮੇਰੀ HP 35 लगी है स्विफ्ट उस साइड। ਇਹ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ? नुकसान तो देखो भाई पूरी गाड़ी तो आज डूब चुकी है, मिट्टी मिट्टी पूरी है। अब खोल रही है गाड़ी तो अब इंजन भी लग रहा है कि शायद ये बोलो कि आप सीज भी हो सकता है, कुछ भी हो सकता है। ਇਹ ਤਾਂ ਜਦੋਂ ਸਲਫ ਵੱਜੇਗਾ ਫਿਰ ਹੀ ਪਤਾ ਲੱਗੇਗਾ। पता लगेगा। ਇਹ ਮਿਸਤਰੀ ਤੁਸੀਂ ਇੱਥੇ ਹੀ ਬੁਲਾ ਲਏ ਸਾਰੇ? हाँ जी यही बुला लिए क्योंकि अब बाहर भी रश आप देखोगे, इतनी सारी गाड़ियां लगी जितने भी यहाँ पे अगर आप देखो डेराबस्सी में सभी के पास काफी रश है। ਲੱਖ 2-2 ਲੱਖ ਰੁਪਏ किन्ना का आइडिया खर्चे हो सकता है सर जी, 1.5 लाख रुपए खर्चा आ रहा है गाड़ियों का। ਕੋਈ ਨਾ ਕੋਈ ਭਰਪਾਈ ਸਰਕਾਰ ਨੂੰ ਜਾਂ ਕਿਸੇ ਸਿਟੀ ਨੂੰ ਮਤਲਬ ਕਮੇਟੀ ਨੂੰ ਕਰਨੀ ਚਾਹੀਦੀ ਹੈ ਲੋਕਾਂ ਦੀ, ਹਨਾ? देखो जी ये तो ऐसी चीज है, नेचुरल डिजास्टर है। यहाँ तो सरकार को कुछ ना कुछ तो करना चाहिए लोगों के लिए। ਵਿਚਾਏ ਇੱਥੇ ਲੋਕ ਜੌਬ ਵਾਲੇ ਹੈਗੇ ਨੇ ਪਰ ਜੌਬ ਵਾਲੇ ਬੰਦੇ ਕਿਹੜਾ ਘਰ ਦੇ ਗੁਜ਼ਾਰੇ ਹੀ ਹੁੰਦੇ ਨੇ। ਅੱਜ ਕੱਲ ਕਿੰਨਾ ਕੁ ਬਚਤ ਹੁੰਦੀ ਹੈ? भाई जॉब वाले हैं बेशक, पर ये होता है कि हर बंदे के अपने अपने खर्चे अपनी सैलरी अकॉर्डिंग चलते रहते हैं, अपनी इनकम के अकॉर्डिंग चलते हैं। बट जब इस तरह से कोई साइड बाय साइड खर्चा निकल जाता है तो बहुत मुश्किल हो जाता है। ਸਾਰਾ ਘਰ ਚਲਾਉਣਾ ਔਖਾ ਹੋ ਜਾਂਦਾ ਹੈ। बिल्कुल सर। ਬੱਚਿਆਂ ਦੀ ਫੀਸਾਂ ਹਰ ਚੀਜ਼ ਮੇਨਟੇਨ ਕੀਤਾ ਹੁੰਦਾ ਵੀ ਆ ਖਰਚਾ ਇੱਥੇ ਕਰਨਾ, ਇੱਥੇ ਕਰਨਾ जी ਸਾਰਾ। जी ये सब चीजें होती रहती है भाई। ਸੋ ਬਾਈ ਜੀ ਹੋਰਾਂ ਦੀ ਸਵਿਫਟ ਗੱਡੀ, ਲਗਾਤਾਰ ਗੱਡੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਕਿਹੜੀ ਕਿਹੜੀ ਗੱਡੀ ਦਿਖਾਈਏ? ਸਾਰਿਆਂ ਦੇ ਵਿੱਚੋਂ ਮੈਟ ਵਗੈਰਾ ਕੱਢੇ ਹੋਏ ਨੇ। ਇਹ ਗੱਡੀਆਂ ਨੂੰ ਵਾਸ਼ ਕੀਤਾ ਗਿਆ ਹੈ ਤਾਂ ਹਾਲੇ ਤੁਹਾਨੂੰ ਸਾਫ਼ ਲੱਗ ਰਹੀਆਂ ਨੇ। ਇੱਧਰ ਦੇਖੋ ਗੱਡੀਆਂ ਨੂੰ ਸਾਫ਼ ਕਰਕੇ। ਇਹ ਤੁਹਾਡੀ ਗੱਡੀ ਹੈ ਜੀ? ਹਾਂਜੀ ਇਹ ਮੇਰੀ ਗੱਡੀ ਹੈ, ਮੈਂ ਰਿਟਾਇਰ ਪਰਸਨ ਵੈਸੇ। ਅੱਛਾ ਅੱਛਾ ਜੀ।
ਤੇ ਇਹ ਤੁਸੀਂ ਧੋ ਕੇ ਰੋਕੀ ਸ਼ਾਇਦ ਹਨਾ? ਇਹ ਧੋ ਕੇ ਆਪਣਾ ਹੁਣ ਰੱਖੀ ਹੈ ਥੋੜੀ ਥੋੜੀ ਧੋਈ ਹੈ। ਜੀ ਜੀ ਵੀ ਬਾਕੀ ਦੇ ਕੰਮ ਜਿਹੜੇ ਹੁਣ ਦੇਖ ਕੇ ਆਪਣਾ ਦੇਖ ਚੈੱਕ ਕਰਵਾ ਰਹੇ हैं ਕਿ ਜਿਸ ਤਰ੍ਹਾਂ ਵੀ ਕੰਮ ਹੋਏ ਹੁੰਦਾ ਰਹੇਗਾ। ਨਵੀਂ ਗੱਡੀ ਬਿਲਕੁਲ ਇਹ ਤਾਂ ਹਨਾ? ਇਹ 1 ਸਾਲ 1.5 ਸਾਲ ਹੋਇਆ था। ਤੇ ਕੰਪਨੀ ਇੰਸ਼ੋਰੈਂਸ इंश्योरेंस तो है लेकिन इस तरह भी यानी कि उत्थे तो टाइम नहीं वो 3-3 महीने ਦਾ टाइम ਦੇ ਰਹੇ ਵੀ 3-3 ਮਹੀਨੇ ਵੇਟਿੰਗ ਦੇ 3 ਮਹੀਨੇ ਤੇ ਗੱਡੀ ਵਾਂਦੀ ਖੜੀ ਗਲ ਜਾਂਦੀ ਤੁਸੀਂ ਆਪਣਾ ਘਰ ਵਿੱਚ ਖੜੀ ਕਰੋ ਤੇ ਤੁਹਾਨੂੰ ਪਤਾ ਖੁਦ ਹੀ ਪਤਾ ਵੀ ਇਹ ਘਰ ਮਤਲਬ ਕਹਿੰਦੇ ਨੇ 3 ਮਹੀਨੇ 3 ਤੋਂ ਵੀ 3 ਕਹਿ ਰਹੇ ਨੇ 6 ਵੀ ਲੱਗ ਸਕਦੇ ਹਾਂ ਨੇ। ਤਾਂ 3 ਮਹੀਨੇ ਕਹਿ ਰਹੇ ਤਾਂ ਜ਼ਿਆਦਾ ਵੀ ਟਾਈਮ ਲੱਗ ਸਕਦਾ ਨਾ। ਬਹੁਤ ਮਾੜਾ ਹਾਲਾਤ ਹੈਗੇ ਨੇ, ਬਜ਼ੁਰਗ ਵੀ ਖੜੇ ਨੇ ਕਿਉਂਕਿ ਮਿਹਨਤ ਦੀ ਕਮਾਈਆਂ ਨੇ ਗੱਡੀਆਂ ਬਣਾਈਆਂ ਹੈਗੀਆਂ ਨੇ ਸਾਰਿਆਂ ਨੇ। ਹਾਂਜੀ ਬਿਲਕੁਲ ਰਿਟਾਇਰ ਪਰਸਨ ਦੇ ਹੁਣੇ ਹਾਲੇ ਖਰੀਦੀ 1.5 ਸਾਲ ਹੋਏ। ਦੁੱਖ ਹੁੰਦਾ ਜਦੋਂ ਆਪਦੀ ਪੁੱਤਰਾਂ ਤਰ੍ਹਾਂ ਪਾਲਦੇ ਆ, ਸਵੇਰੇ ਆਂਦੇ ਕੱਪੜਾ ਮਾਰਦੇ ਤੇ ਦੇਖ ਕੇ ਕੀ ਅੱਖਾਂ ਭਰੀਆਂ ਗਈਆਂ ਹੋਣੀਆਂ ਜਦੋਂ ਦੇਖ ਪਾਣੀ ਇੰਨਾ ਸੀ ਮੇਰੀ ਹਾਈਟ ਤੋਂ ਉੱਪਰ ਪਾਣੀ ਸੀਗਾ ਜੀ ਜੀ ਤੇ ਮੇਰੀ ਹਾਈਟ ਤੋਂ ਉੱਪਰ ਦੇਖੋ ਯਾਨੀ ਕਿ ਇਹ ਸਾਰੀ ਡੁੱਬੀ ਪਈ ਸੀਗੀ। ਬਿਲਕੁਲ ਆ ਦੂਸਰੇ ਦਿਨ ਆਪਣਾ ਗੱਡੀ ਦੂਸਰੇ ਦਿਨ ਜਦੋਂ ਪਾਣੀ ਆਇਆ ਨਾ ਜੀ ਜੀ ਫਿਰ ਕੱਢੀ ਗਈ। ਪਹਿਲੇ ਦਿਨ ਤਾਂ ਕੱਢੀ ਨਹੀਂ ਪਾਈ, ਜਦੋਂ 1 ਮਿੰਟ ਵਿੱਚ ਹੀ ਪਾਣੀ ਇੱਕਦਮ ਵੱਧ ਗਿਆ ਪਾਣੀ। ਉਹ ਪਰਿਵਾਰ ਦਾ ਖਤਰਾ ਪੈ ਜਾਂਦਾ, ਫਿਰ ਬੰਦਾ ਕਹਿੰਦਾ ਗੱਡੀਆਂ ਤਾਂ ਬਣ जाएंगी। ਹਾਂਜੀ मौका ही नहीं मिला बिल्कुल ही। इसमें सर एक चीज़ और रहती है, जैसे अब हर गाड़ी की इंश्योरेंस हो रखी है, जी। पर इस टाइम अगर हम इंश्योरेंस वालों के पास जाते हैं तो वो 18 तरह के क्लॉज निकाल के सामने ले आते हैं कि ये कवर नहीं है उसमें या वो कवर नहीं है। अब इसी सोसाइटी में कम 2-3 गाड़ियाँ ऐसी है जो आई थिंक 3-3 महीने हुए हैं। अब वो वापस जा रहे इंश्योरेंस कहती है या तो उसको टोटल लॉस में डाल दो या फिर उसका खर्चा हद से ज़्यादा है। तो अब अगर टोटल लॉस में भी गाड़ियाँ जा रही है तो उसमें कम से कम 2.5-3 लाख का खर्चा वैसे निकल रहा है। ਮਤਲਬ ਕੰਪਨੀਆਂ ਆਪਦਾ ਕੋਈ ਨਾ ਕੋਈ ਉਹ ਸਾਈਡ ਕੋਈ ਐਕਸਕਿਊਜ਼ ਦੇ ਰਹੇ ਨੇ ਕਿ ਇਹ ਵਿੱਚ ਮੇਨਟੇਨ ਵਿੱਚ नहीं आंदा। जी ये चीज़ होती है, ये सबसे बड़ी प्रॉब्लम यहाँ पे यही आ रही है कि इंश्योरेंस कंपनी जितनी भी है वो इस टाइम अपने हाथ पीछे कर रही है। ਹੱਥ ਪਿੱਛੇ ਕਰ ਰਹੇ ਨੇ। वो ਇਹ ਨਾ सबसे- ਸਰਕਾਰ ਨੂੰ ਇਹ ਚੀਜ਼ਾਂ ਨੂੰ ਉਤਾਰਨਾ ਚਾਹੀਦਾ ਕਿ ਇੰਸ਼ੋਰੈਂਸ ਕੰਪਨੀਆਂ ਤੇ ਸਖਤੀ ਕਦਮ ਚੱਕਿਆ ਜਾਵੇ। अगर इस तरह की अगर बंदा इंश्योरेंस करवाता है तो ये तो है नहीं कि ये कि आपकी गाड़ी कहीं गिर गई उसी के लिए इंश्योरेंस, इस तरह की चीज़ें भी होती है वो भी इंश्योरेंस में होनी चाहिए। मतलब ऐसे इंश्योरेंस में कोई ऐसा भी छुपा हुआ क्लॉज नहीं होना चाहिए कि जिसमें बंदा बाद में जाए उसको, मतलब एक नॉर्मल इंसान को इतनी नॉलेज नहीं होती है। हम जाएंगे इंश्योरेंस नॉर्मल में 4 चीज़ें B2B बोल गया ख़त्म हो गया, बंदा सोचता है कि सारी चीज़ें मेरी कवर है। पर अब आज की डेट में अगर इंश्योरेंस के पास जाओ वो चाहते हैं कि वो कहते हैं कि भाई आपकी ये चीज़ कवर नहीं है, आपका इंजन कवर नहीं है, आपकी ये चीज़ कवर नहीं है। ਦੁੱਖ ਫਿਰ ਹੋਰ ਉਤੋਂ और ऊपर उसमें से की है जी, मैंने इंश्योरेंस देखी है। उसके अंदर क्या है जी, वैसे देखा फुल इंश्योरेंस है जी, लेकिन जहाँ पे वो लिखते हैं ना भी कोई आपदा आए तो उसके क्लेम करना है। क्लेम के कॉलम के अंदर यानी कि उन्होंने कुछ आइटमें ही डाली हैं जिसके लिए भी बोला भी यानी कि अगर इनमें से ये भी नहीं, इसके भी क्लेम नहीं मिलेगा, ये भी नहीं मिलेगा, ये भी नहीं मिलेगा। तो वो हुण कोई भी इंश्योरेंस करांदा है या तो कोई भी डॉक्यूमेंट करता है उसे तो कहते फार्म है जी साइन कर दो, ठीक है। इंश्योरेंस वाले ने पैसे बढ़ाए फिर करता है, अंदर की कोई नहीं पड़ता। ਬਿਲਕੁਲ ਅੰਦਰ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਅਸੀਂ ਛੋਟੀ ਛੋਟੀ ਗੱਲ ਕਰਦੇ ਕਿਉਂਕਿ ਬਹੁਤ ਲੋਕਾਂ ਦੀ ਮੁਸ਼ਕਲਾਂ ਹੈਗੀਆਂ ਨੇ। ਇੰਸ਼ੋਰੈਂਸ ਕੰਪਨੀਆਂ ਤੇ ਸਰਕਾਰ ਨੂੰ ਕਿਤੇ ਨਾ ਕਿਤੇ ਜ਼ਰੂਰ ਤਾਰਨਾ ਚਾਹੀਦਾ। ਜਦੋਂ ਇੰਸ਼ੋਰੈਂਸ ਕਰਾਉਂਦੇ ਆ ਵੱਡੀ ਰਕਮ ਅਸੀਂ ਆਪਦੀ ਕਮਾਈ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੂੰ ਦਿੰਦੇ ਆ, ਪਰ ਇੰਸ਼ੋਰੈਂਸ ਕੰਪਨੀਆਂ ਵੀ ਕਹਿ ਰਹੇ ਨੇ ਕਿ ਹੁਣ ਹੱਥ ਨਹੀਂ ਫੜ ਰਹੀਆਂ, ਉਹ ਵੀ ਕੋਈ ਨਾ ਕੋਈ ਐਕਸਕਿਊਜ਼ ਦੇ ਕੇ ਕਹਿ ਰਹੇ ਨੇ ਕਿ ਇਹ ਚੀਜ਼ ਜਿਹੜੀ ਅੰਡਰ ਨਹੀਂ ਆਉਂਦੀ। ਸਰ ਤੁਹਾਡੀ ਗੱਡੀ ਹੈ ਜੀ, ਇਹ ਤਾਂ ਉਹੀ ਗੱਲ ਜਿਵੇਂ ਪਿਛਲੀਆਂ ਦੇਖੀਆਂ ਨੇ ਉੱਪਰ ਹੀ ਪਾਣੀ ਟੱਪ ਗਿਆ ਹੁਣ ਆਂਦੇ ਵੀ। हाँ जी हाँ जी। ਤੇ ਕੋਈ ਹੋਈ ਗੱਲ ਕੰਪਨੀ ਨਾਲ ਕੋਈ ਵੀ ਕੀ ਜਾਂਦਾ कंपनी 3 जगह ਤੇ ਗੱਲ ਕਰ ਲਈ ਆ, ਕੋਈ ਨਹੀਂ ਆ ਰਿਹਾ। ਈਵਨ ਟੋ ਕਰਨ ਵਾਸਤੇ ਵੀ ਕੋਈ ਨਹੀਂ ਟੋ ਆ ਕਰਨ ਵਾਸਤੇ ਨਹੀਂ ਆ ਰਿਹਾ। ਨਾ ਵੇਖ ਲਓ ਵੀ ਇੱਕ ਇੰਨਾ ਵੱਡਾ ਨੁਕਸਾਨ ਹੋ ਗਿਆ। ਹੁਣ ਕਈਆਂ ਕੋਲ ਇੱਕ ਗੱਡੀ ਹੈਗੀ, ਆਉਣ ਜਾਣ ਨੂੰ ਵੀ ਨਹੀਂ ਕੁਝ ਹੈਗਾ। ਉਹ ਵੀ ਹੈ ਨਹੀਂਗਾ ਔਰ ਇਹਨੂੰ ਸਟਾਰਟ ਕਰ ਨਹੀਂ ਸਕਦੇ ਅਸੀਂ ਕਿਉਂਕਿ ਸਟਾਰਟ ਕੀਤਾ ਤਾਂ ਉਹ ਸ਼ਾਰਟ ਸਰਕਟ ਹੋਣ ਦਾ ਡਰ ਹੈ ਨਾ। ਜਾ ਵੀ ਨਹੀਂ ਸਕਦੇ ਕਿਤੇ, ਹੁਣ ਐਵੇਂ ਕੀ ਜਾਈਏ ਨਾ ਬੰਦਾ ਜਾ ਤਾਂ ਸਕਦਾ ਹੀ ਨਹੀਂ ਹੈ। ਗੱਡੀ ਹੈ ਨਹੀਂ, ਇੱਕ ਹੀ ਗੱਡੀ ਹੈ ਤੇ ਕਿੱਥੇ ਜਾਵਾਂਗੇ। ਬਹੁਤ ਵੱਡੇ ਘੱਟੋ ਘੱਟ ਕਿੰਨਾ ਆਈਡੀਆ ਨੁਕਸਾਨ ਤੁਹਾਨੂੰ ਲੱਗਦਾ ਵੀ ਜੇਕਰ ਇਸ ਗੱਡੀ ਦਾ ਮਹਿੰਗੀਆਂ ਮੈਨੂੰ ਗੱਡੀਆਂ ਨੇ, ਲੱਗਦਾ ਫੋਰਡ ਦੀ ਗੱਡੀਆਂ ਦਾ ਬਹੁਤ ਮਹਿੰਗਾ ਹੈਗਾ। ਉਹ ਫੋਨ ਕੀਤਾ, ਉਹ ਕਹਿੰਦਾ ਵੀ 3-4 ਮਹੀਨੇ ਤੁਹਾਨੂੰ ਗੱਡੀ ਨਹੀਂ ਮਿਲਣੀ ਤੇ ਸਮਾਨ ਕਹਿੰਦਾ ਸਾਡੇ ਕੋਲ ਇਹਦੇ ਸਪੇਅਰ ਪਾਰਟਸ ਹੈ ਨਹੀਂ। ਮਤਲਬ ਇੰਨੀ ਮੁਸ਼ਕਿਲ। ਕੋਈ ਵੀ ਜਿਹੜਾ ਫੂਡ ਵਾਲੇ ਹੈਗੇ ਆ ਇੰਡਸਟਰੀਅਲ ਸਟੇਟ ਚੰਡੀਗੜ੍ਹ 'ਚ ਹੈਗੇ ਆ, ਦੂਸਰਾ ਹੈਗਾ ਸਾਲੂਜਾ ਫੂਡ ਵਾਲੇ ਹੈਗੇ, ਉਹ ਲੈਣ ਨੂੰ ਹੀ ਨਹੀਂ ਤਿਆਰ ਗੱਡੀ, ਲੈਣ ਨੂੰ ਤਿਆਰ ਨਹੀਂ ਹੈਗੇ। ਨਾ ਬਿਲਕੁਲ ਇੰਸ਼ੋਰਡ ਹੈਗੀ ਆ ਗੱਡੀ, ਕੋਈ ਲੈਣ ਨੂੰ ਤਿਆਰ ਨਹੀਂ ਤੇ ਤਿਆਰ ਨਹੀਂ। ਬਾਹਰੋਂ ਤਾਂ ਇਹਦੇ ਪਾਰਟ ਮਿਲਣੇ ਹੀ ਨਹੀਂ ਮਿਲਨੇ ਨਹੀਂ ਫੋਰਡ ਦੇ, ਹੈ ਨਾ। ਸੋ ਬਾਈ ਜੀ ਕੀ ਕਰਨਾ ਦੁੱਖਾਂ ਦੇ ਵਿੱਚ, ਜਿਹੜੇ ਅੱਗੇ ਦੁੱਖ ਕੰਪਨੀਆਂ ਦਿੰਦੀਆਂ ਨੇ, ਜਦੋਂ ਬੰਦਾ ਸੋਚਦਾ ਹੈ ਕਿ ਇੰਸ਼ੋਰੈਂਸ ਕਰਾ ਕੇ ਅਸੀਂ ਸੇਫ ਹੈਗੇ ਆ, ਪਰ ਕੀ ਪਤਾ ਜਦੋਂ ਅਸੀਂ ਇੰਸ਼ੋਰੈਂਸ ਕੰਪਨੀਆਂ ਤੱਕ ਪਹੁੰਚ ਕਰਦੇ ਆ ਤਾਂ ਉਦੋਂ ਇੰਸ਼ੋਰੈਂਸ ਕੰਪਨੀਆਂ ਵੀ ਆਪਦਾ ਜਿਹੜਾ ਪੱਲੜਾ ਝਾੜ ਲੈਂਦੀਆਂ ਨੇ ਕਿ ਸਾਡੇ ਜਿਹੜੀ ਇੰਸ਼ੋਰੈਂਸ ਦੀ ਜਿਹੜੀ ਸਕੀਮ ਦੇ ਵਿੱਚ ਇਹ ਜਿਹੜੀਆਂ ਇਹ ਅਨਹੋਣੀ ਹੋਈਆਂ ਨੇ, ਇਸ 'ਚ ਇਹ ਕਵਰ ਨਹੀਂ ਹੈਗਾ ਤੇ ਲੋਕਾਂ ਦਾ ਨੁਕਸਾਨ ਹੈਗਾ
ਉਹ ਤਾਂ ਜਿਹੜਾ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਕਿ ਹੋ ਚੁੱਕਿਆ ਹੈ। ਤਾਂ ਜਿਹੜੀਆਂ ਤਸਵੀਰਾਂ ਦਿਖਾਈਆਂ ਨੇ ਬੇਹੱਦ ਖਤਰਨਾਕ ਨੇ। ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਪਏਗਾ, ਕਮੇਟੀ ਨੂੰ ਜ਼ਰੂਰ ਧਿਆਨ ਦੇਣਾ ਪਏਗਾ। ਡੇਰਾਬੱਸੀ ਇਸ ਮੌਜੂਦ ਅਸੀਂ ਗਲਮੋਹ ਸਿਟੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ। ਆਫਤ ਤੋਂ ਬਾਅਦ ਲੋਕ ਹਾਲੇ ਤੱਕ ਉਸ ਮੰਜ਼ਿਲ ਤੱਕ ਪਹੁੰਚਣ ਨੂੰ ਹਾਲੇ ਘੱਟੋ ਘੱਟ ਮਹੀਨਾ ਲੱਗ ਜਾਏਗਾ। ਗੱਡੀਆਂ, ਘਰ, ਸਭ ਕੁਝ ਜਿਹੜਾ ਕਿ ਇਸ ਸਮੇਂ ਤਬਾਹ ਹੋਇਆ ਪਿਆ, ਪੂਰਾ ਹਾਲ ਹੋਇਆ ਪਿਆ। ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ, ਡੇਰਾਬੱਸੀ ਤੋਂ।